ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੁਰਪਿਆਰਿਓ, ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਜਿਨ੍ਹਾਂ ਨੇ ਖੰਡੇ ਬਾਟੇ ਦੀ ਪਹੁਲ ਲੈ ਕੇ ਹੁਣ ਖਾਲਸਾ ਸੱਚ ਗਏ ਨੇ ਤੇ ਹੁਣ ਵੀ ਉਹ ਹਿੱਕ ਠੋਕ ਕੇ ਦੱਬੀਆਂ ਕੁਚਲੀਆਂ ਸ਼੍ਰੇਣੀਆਂ ਦੀ ਗੱਲ ਕਰਦੇ ਹੋਏ ਨਜ਼ਰ ਆਉਂਦੇ ਨੇ। ਸੰਵਿਧਾਨ ਦੇ ਵਿੱਚ ਧਾਰਾ 25 ਜਿਸ ਦਾ ਬਹੁਤ ਲੰਬੇ ਸਮੇਂ ਤੋਂ ਵਿਰੋਧ ਕੀਤਾ ਜਾ ਰਿਹਾ ਹੈ, ਉਸ ਦੇ ਉੱਤੇ ਮੁੜ ਉਹਨਾਂ ਚਰਚਾ ਕੀਤੀ ਅਤੇ ਦੱਸਿਆ ਕਿ ਉਹਨਾਂ ਨੇ ਤਾਂ ਦਲਿਤ ਭਾਈਚਾਰੇ ਦੀ ਗੱਲ ਬਹੁਤ ਬਾਅਦ ਵਿੱਚ ਕਰਨੀ ਸ਼ੁਰੂ ਕੀਤੀ। ਉਹਨਾਂ ਤੋਂ ਪਹਿਲਾਂ ਹੀ ਦਲਿਤ ਭਾਈਚਾਰੇ ਨੂੰ ਬਹੁਤ ਬੁਰੀ ਤਰ੍ਹਾਂ ਕੁਚਲਿਆ ਜਾਂਦਾ ਸੀ। ਸਿੱਖ ਕੌਮ ਦੇ ਵਿੱਚ ਹੀ ਅਜਿਹੇ ਜਾਤਾਂ ਨੂੰ ਲੈ ਕੇ ਪਾੜ ਪਾਏ ਹੋਏ ਸਨ ਜਿਨ੍ਹਾਂ ਨੂੰ ਅੱਜ ਤੱਕ ਭਰਿਆ ਨਹੀਂ ਜਾ ਸਕਿਆ। ਡਾਕਟਰ ਗੁਰਿੰਦਰ ਸਿੰਘ ਖਾਲਸਾ ਦੀ ਗੱਲ ਸੁਣਨ ਤੋਂ ਪਹਿਲਾਂ ਇੱਕ ਗੱਲ ਤੁਹਾਨੂੰ ਜ਼ਰੂਰ ਕਹਿਣਾ ਚਾਹਾਂਗੇ ਕਿ ਗੁਰੂ ਦਾ ਅਸਲ ਸੱਚਾ ਸਿੱਖ ਉਹੀ ਹੈ ਜੋ ਇਸ ਜਾਤ-ਪਾਤ ਦੇ ਬੰਧਨ ਤੋਂ ਆਜ਼ਾਦ ਹੈ ਤੇ ਜੋ ਇਸ ਜਾਤ-ਪਾਤ ਦੀ ਗੱਲ ਕਰਦਾ ਹੈ ਉਹ ਕਦੇ ਗੁਰੂ ਦਾ ਸਿੱਖ ਹੋ ਹੀ ਨਹੀਂ ਸਕਦਾ। ਅਗਰ ਤੁਹਾਨੂੰ ਮੇਰੀਆਂ ਗੱਲਾਂ ਤੇ ਭਰੋਸਾ ਨਹੀਂ ਆ ਤੇ ਭਾਰਤ ਦੇ ਸੰਵਿਧਾਨ ਨੂੰ ਖੁਦ ਪੜ੍ਹੋ ਤੇ ਤੁਹਾਨੂੰ ਖੁਦ ਪਤਾ ਚੱਲ ਜਾਏਗਾ ਕਿ ਭਾਰਤ ਦੇ ਸੰਵਿਧਾਨ ਦੇ ਵਿੱਚ ਆਰਟੀਕਲ 25(2)(b) ਦੇ ਵਿੱਚ ਕਿਤੇ ਵੀ ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਨਹੀਂ ਲਿਖਿਆ ਹੋਇਆ। ਸੋ ਨਿਹਾਲ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਜੈ ਭੀਮ, ਜੈ ਭਾਰਤ, ਜੈ ਮੂਲ ਨਿਵਾਸੀ। ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵਸਦੀਆਂ ਗੁਰੂ ਸਵਾਰੀ ਗੁਰੂ ਰੂਪੀ ਸੰਗਤ ਜੀ ਔਰ ਮੇਰੇ ਭਾਰਤ ਦੇ ਮੂਲ ਨਿਵਾਸੀ ਭੈਣ ਭਰਾਓ, ਮੈਂ ਆਪ ਜੀ ਦਾ ਆਪਣਾ ਰੰਗਰੇਟਾ ਡਾਕਟਰ ਗੁਰਿੰਦਰ ਸਿੰਘ ਖਾਲਸਾ ਲੁਧਿਆਣੇ ਤੋਂ ਅੱਜ ਦੀ ਲਾਈਵ ਵੀਡੀਓ ਲੈ ਕੇ ਆਪ ਜੀ ਦੀ ਕਚਹਿਰੀ ਦੇ ਵਿੱਚ ਆਉਣ ਦਾ ਜੋ ਮੇਰਾ ਮਕਸਦ ਹੈ ਉਹ ਇਹ ਹੈ, ਆਪ ਜੀ ਨੇ ਉੱਪਰ ਹੈਡਿੰਗ ਤੇ ਪੜ੍ਹ ਲਈ ਹੋਣੀ ਹੈ ਔਰ ਪੜ੍ਹ ਲੈਣੀ ਵੀ ਹੈ ਕਿ ਆਪ ਜੀ ਦੇ ਸਾਥ ਦੇ ਨਾਲ 2012 ਦੇ ਵਿੱਚ ਡਾਕਟਰ ਗੁਰਿੰਦਰ ਸਿੰਘ ਅਟਵਾਲ ਤੋਂ ਕੀਤਾ ਹੋਇਆ ਸਫ਼ਰ ਅੱਜ ਡਾਕਟਰ ਗੁਰਿੰਦਰ ਸਿੰਘ ਖਾਲਸਾ ਤੱਕ ਦਾ ਸਫ਼ਰ ਬਹੁਤ ਖੂਬਸੂਰਤ ਤੇ ਖੁਸ਼ਨੁਮਾ ਰਿਹਾ ਤੇ ਚੜ੍ਹਦੀ ਕਲਾ ਵਾਲਾ ਰਿਹਾ ਆ। ਇਹ ਸਭ ਆਪ ਜੀ ਦੀ ਤਾਕਤ, ਆਪ ਜੀ ਦਾ ਪਿਆਰ, ਆਪ ਜੀ ਦੇ ਸਾਥ ਦੀ ਬਦੌਲਤ ਸਭ ਕੁਝ ਸੰਭਵ ਹੋ ਸਕਿਆ। ਤੁਹਾਡੇ ਵੀਰ ਰੰਗਰੇਟਾ ਡਾਕਟਰ ਗੁਰਿੰਦਰ ਸਿੰਘ ਖਾਲਸਾ ਨੇ 14 ਮਈ ਜੇਠ ਦੀ ਸੰਗਰਾਂਦ ਤੇ ਖੰਡੇ ਬਾਟੇ ਦੀ ਪੌਲ ਲੈ ਕੇ ਅੰਮ੍ਰਿਤ ਛਕਣ ਤੋਂ ਬਾਅਦ ਜਦੋਂ ਸੋਸ਼ਲ ਮੀਡੀਆ ਦੇ ਉੱਤੇ ਲਾਈਵ ਹੋ ਕੇ ਪਹਿਲੀ ਵਾਰੀ ਖਾਲਸੇ ਦੇ ਰੂਪ ਦੇ ਵਿੱਚ ਮੈਂ ਲਾਈਵ ਹੋਇਆ ਤੇ ਆਰਟੀਕਲ 25(2)(b) ਭਾਰਤ ਦੇ ਸੰਵਿਧਾਨ ਆਰਟੀਕਲ 25(2)(b) ਦਾ ਖੁਲਾਸਾ ਜਦੋਂ ਕੀਤਾ ਤੇ ਮੈਂ ਆਪ ਜੀ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਇੰਨਾ ਕੁ ਪਿਆਰ ਦਿੱਤਾ, ਇੰਨਾ ਕੁ ਵੀਡੀਓ ਨੂੰ ਸ਼ੇਅਰ ਕੀਤਾ। ਸੈਂਕੜੋਂ ਹਜ਼ਾਰਾਂ ਲੋਕੀ ਜਾਗਰੂਕ ਹੋਏ ਤੇ ਆਰਟੀਕਲ 25(2)(b) ਦਾ ਜਦੋਂ ਲੋਕਾਂ ਨੂੰ ਪਤਾ ਲੱਗਿਆ ਤੇ ਸੈਂਕੜੋਂ ਹਜ਼ਾਰਾਂ ਲੋਕਾਂ ਨੇ ਭਾਰਤ ਦੇ ਸੰਵਿਧਾਨ ਨੂੰ ਖਰੀਦਿਆ, ਉਹਦੀਆਂ ਕਾਪੀਆਂ ਖਰੀਦੀਆਂ ਤੇ ਖੁਦ ਪੜ੍ਹਿਆ। ਕਿਉਂਕਿ ਮੈਂ ਖੁਦ ਇਹ ਗੱਲ ਕਹੀ ਸੀ ਕਿ ਅਗਰ ਤੁਹਾਨੂੰ ਮੇਰੀਆਂ ਗੱਲਾਂ ਤੇ ਭਰੋਸਾ ਨਹੀਂ ਆ ਤੇ ਭਾਰਤ ਦੇ ਸੰਵਿਧਾਨ ਨੂੰ ਖੁਦ ਪੜ੍ਹੋ ਤੇ ਤੁਹਾਨੂੰ ਖੁਦ ਪਤਾ ਚੱਲ ਜਾਏਗਾ ਕਿ ਭਾਰਤ ਦੇ ਸੰਵਿਧਾਨ ਦੇ ਵਿੱਚ ਆਰਟੀਕਲ 25(2)(b) ਦੇ ਵਿੱਚ ਕਿਤੇ ਵੀ ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਨਹੀਂ ਲਿਖਿਆ ਹੋਇਆ। ਜਦੋਂ ਇਹ ਗੱਲ ਲੱਖਾਂ ਦੇ ਹਿਸਾਬ ਦੇ ਨਾਲ ਸੰਗਤਾਂ ਨੂੰ ਪਤਾ ਚੱਲਦੀ ਹੈ ਤੇ ਸੈਂਕੜੋਂ ਹਜ਼ਾਰਾਂ ਲੱਖਾਂ ਮੈਨੂੰ ਫੋਨ ਆ ਰਹੇ ਨੇ, ਲੋਕ ਜਾਗਰੂਕ ਹੋ ਰਹੇ ਨੇ ਔਰ ਖੁਸ਼ੀ ਇਸ ਗੱਲ ਦੀ ਹੈ ਕਿ ਲੋਕ ਜਾਗਰੂਕ ਹੋ ਕੇ ਸੰਵਿਧਾਨ ਦੀ ਕਾਪੀ ਨੂੰ ਖਰੀਦ ਰਹੇ ਨੇ ਔਰ ਆਰਟੀਕਲ 25(2)(b) ਨੂੰ ਜੋ ਅਸੀਂ ਖੁਲਾਸਾ ਕਰ ਦਿੱਤਾ ਸੋਸ਼ਲ ਮੀਡੀਆ ਤੇ, ਉਹ ਖੁਦ ਆਪ ਭਾਰਤ ਦੇ ਸੰਵਿਧਾਨ ਨੂੰ ਲੋਕਾਂ ਨੇ ਪੜ੍ਹਨਾ ਸ਼ੁਰੂ ਕਰ ਦਿੱਤਾ। ਦੋਸਤੋ, ਵਾਹਿਗੁਰੂ ਸੱਚੇ ਪਾਤਸ਼ਾਹ ਦੀ ਬੜੀ ਕਿਰਪਾ ਹੋਈ। ਸੈਂਕੜੋਂ ਹਜ਼ਾਰਾਂ ਨਹੀਂ ਲੱਖਾਂ ਦੇ ਹਿਸਾਬ ਦੇ ਨਾਲ ਮੈਨੂੰ ਮੈਸੇਂਜਰ ਦੇ ਉੱਤੇ ਮੈਸੇजेस ਆ ਰਹੇ ਨੇ। ਆਰਟੀਕਲ 25(2)(b) ਦਾ ਜਦੋਂ ਅਸੀਂ ਖੁਲਾਸਾ ਕੀਤਾ, ਹਜ਼ਾਰਾਂ ਲੱਖਾਂ ਲੋਕਾਂ ਦੇ ਮੈਸੇजेस ਆ ਚੁੱਕੇ ਨੇ, ਆ ਰਹੇ ਨੇ, ਫੋਨ ਕਾਲਸ ਵੀ ਆ ਰਹੀਆਂ ਨੇ।
ਇੰਨੀਆਂ ਫੋਨ ਕਾਲਸ ਚੁੱਕਣਾ ਕਈ ਵਾਰੀ ਮੇਰੇ ਲਈ ਸੰਭਵ ਨਹੀਂ ਹੁੰਦਾ। ਕੁਝ ਲੋਕ ਜਦੋਂ ਇਸ ਚੀਜ਼ ਦੇ ਖੁਲਾਸੇ ਤੋਂ ਜਾਗਰੂਕ ਹੋਏ, ਬਹੁਤ ਸਾਰੇ ਲੋਕਾਂ ਦੇ ਵਿੱਚ ਜਾਗਰੂਕਤਾ ਵੀ ਆਈ ਤੇ ਬਹੁਤ ਸਾਰੇ ਐਸੇ ਫੋਨ ਵੀ ਆਏ ਮੈਨੂੰ ਦੇਸ਼ਾਂ ਵਿਦੇਸ਼ਾਂ ਦੀ ਧਰਤੀ ਤੋਂ, ਜਿਹੜੇ ਮੈਨੂੰ ਇਹ ਗੱਲ ਕਹਿ ਰਹੇ ਆ ਕਿ ਤੂੰ ਇਹ ਖੁਲਾਸਾ ਹੁਣ ਕਿਉਂ ਕਰ ਰਿਹਾ। ਮੈਂ ਉਹਨਾਂ ਨੂੰ ਦੱਸ ਰਿਹਾ ਕਿ ਪੰਜਾਬ ਦੇ ਸਿੱਖ ਲੀਡਰਾਂ ਨੇ, ਜਿਨ੍ਹਾਂ ਨੇ RSS ਦੇ ਇਸ਼ਾਰੇ ਦੇ ਉੱਤੇ ਭਾਰਤ ਦੇ ਸੰਵਿਧਾਨ ਨੂੰ ਖਤਮ ਕਰਨ ਦੇ ਲਈ, ਪੰਜਾਬ ਦੇ ਗੱਦਾਰ ਸਿੱਖ ਲੀਡਰ ਜਿਨ੍ਹਾਂ ਦਾ ਲੀਡਰੀ ਦੇ ਵਿੱਚ ਆ ਕੇ ਫਰਜ਼ ਬਣਦਾ ਸੀ ਕਿ ਆਪਣੇ ਪੰਜਾਬ ਦੇ ਲੋਕਾਂ ਨੂੰ ਜਾਗਰੂਕ ਕਰਨਾ, ਉਹਨਾਂ ਗੱਦਾਰ ਸਿੱਖ ਲੀਡਰ ਬਾਦਲ ਵਰਗੇ, ਕੈਪਟਨ ਵਰਗੇ, ਜਿਹੜੇ ਖੁਦ RSS ਵਿਪਰਵਾਦ ਜੋ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਲਈ ਪ੍ਰਯਾਸ ਕਰ ਰਿਹਾ, ਇਹਨਾਂ ਗੱਦਾਰ ਲੀਡਰਾਂ ਨੇ ਆਪਣੇ ਪੰਜਾਬ ਦੇ ਲੋਕਾਂ ਦੇ ਨਾਲ, ਸਿੱਖਾਂ ਦੇ ਨਾਲ ਗੱਦਾਰੀਆਂ ਕੀਤੀਆਂ ਤੇ ਲੱਖਾਂ ਸਿੰਘ ਸ਼ਹੀਦ ਹੋਏ, ਲੱਖਾਂ ਸਿੰਘ ਸ਼ਹੀਦ ਹੋਏ ਔਰ ਹਜ਼ਾਰਾਂ ਦੀ ਤਾਦਾਦ ਦੇ ਵਿੱਚ ਸਿੰਘ, ਬੇਦੋਸ਼ੇ ਸਿੰਘ, ਜਿਹੜੇ ਆਪਣੇ 35 ਮਹਾਂਪੁਰਸ਼ਾਂ ਰਹਿਬਰਾਂ ਦੀ ਵਿਚਾਰਧਾਰਾ ਬੇਗਮਪੁਰਾ ਖਾਲਸਾ ਰਾਜ ਦੇ ਲਈ ਲੜਾਈ ਲੜਦੇ ਹੋਏ ਲੱਖਾਂ ਦੇ ਹਿਸਾਬ ਦੇ ਨਾਲ ਸਿੰਘ ਸ਼ਹੀਦ ਹੋਏ ਤੇ ਹਜ਼ਾਰਾਂ ਦੇ ਹਿਸਾਬ ਦੇ ਨਾਲ ਬੇਦੋਸ਼ੇ ਸਿੰਘ ਆਪਣੀਆਂ ਸਜ਼ਾਵਾਂ ਪੂਰੀਆਂ ਹੋਣ ਦੇ ਬਾਵਜੂਦ ਜੇਲ੍ਹਾਂ ਦੇ ਵਿੱਚ ਉਹ ਅਜੇ ਵੀ ਤਸ਼ੱਦਦ ਸਹਿ ਰਹੇ ਨੇ। ਇਹਦੇ ਪਿੱਛੇ ਸਿਰਫ ਔਰ ਸਿਰਫ ਅਕਾਲੀ ਦਲ ਜੋ BJP ਦੇ ਨਾਲ ਮਿਲ ਕੇ ਸਰਕਾਰਾਂ ਬਣਾ ਰਿਹਾ ਪੰਜਾਬ ਦੇ ਵਿੱਚ, ਤੇ ਕੈਪਟਨ ਵਰਗਾ ਜੋ ਪੰਜਾਬ ਦਾ ਸਿੱਖ ਲੀਡਰ ਹੈ ਔਰ RSS ਦੇ ਇਸ਼ਾਰੇ ਤੇ ਕੰਮ ਕਰ ਰਿਹਾ ਹੈ, ਜੋ ਕਿ ਕਾਂਗਰਸ ਦੇ ਨਾਲ ਮਿਲ ਕੇ ਸਰਕਾਰਾਂ ਬਣਾਉਂਦਾ ਹੈ ਤੇ ਆਪਣੇ ਪੰਜਾਬ ਦੇ ਸਿੱਖਾਂ ਨੂੰ, ਪੰਜਾਬ ਦੇ ਲੋਕਾਂ ਨੂੰ ਗੁੰਮਰਾਹ ਕਰਦਾ ਹੈ ਔਰ ਜਿਹਦੇ ਕਰਕੇ ਇਹਨਾਂ ਦੀ RSS ਦੇ ਨਾਲ ਮਿਲੀ ਭਗਤ ਤੇ ਸਾਜ਼ਿਸ਼ ਦੇ ਕਰਕੇ 1984 ਤੋਂ ਵਿਰੋ ਲੱਖਾਂ ਲੋਕ ਸ਼ਹੀਦ ਹੋਏ। ਇੱਥੇ ਮੈਂ ਇਸ ਗੱਲ ਨੂੰ ਕਹਿਣ ਤੋਂ ਵੀ ਗੁਰੇਜ਼ ਨਹੀਂ ਕਰਦਾ ਕਿ ਜੋ ਭਾਰਤ ਦੇ 85% ਲੋਕ ਨੇ ਉਹ ਵਿਪਰਵਾਦ ਦੇ ਨਾਲ ਪਿਛਲੇ ਹਜ਼ਾਰਾਂ ਸਾਲਾਂ ਤੋਂ ਲੜਦੇ ਆ ਰਹੇ ਆ, ਪਿਛਲੇ 4000 ਸਾਲ ਤੋਂ ਲੜਦੇ ਆ ਰਹੇ ਆ। ਲੇਕਿਨ ਮੈਂ ਇੱਥੇ ਆਪਣੇ ਜੱਟ ਭਰਾਵਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹਾਂ, ਕਿਸਾਨ ਭਰਾਵਾਂ ਨੂੰ, ਕਿ 1984 ਦੇ ਵਿੱਚ, 1984 ਤੋਂ ਪਹਿਲਾਂ ਆਜ਼ਾਦੀ ਦੇ 70 ਸਾਲ ਤੋਂ ਲਗਾਤਾਰ ਬਾਦਲ ਤੇ ਕੈਪਟਨ ਵਰਗੇ ਲੋਕ, ਜਿਨ੍ਹਾਂ ਨੂੰ ਤੁਸੀਂ ਆਪਣੇ ਸਮਝਦੇ ਹੋ, ਇਹ ਪਹਿਲਾਂ ਵਿਪਰਵਾਦ ਦੇ ਨਾਲ ਰਲ ਕੇ ਸਰਕਾਰਾਂ ਬਣਾਉਂਦੇ ਆਏ ਔਰ 1984 ਦੇ ਵਿੱਚ ਜਦੋਂ ਵਿਪਰਵਾਦ ਦੀ ਔਕਾਤ ਦਾ ਪਤਾ ਚੱਲਿਆ, ਵਿਪਰਵਾਦ ਨੇ ਜਦੋਂ, ਮੇਰੇ ਵੀਰੋ, ਪੰਜਾਬੀ ਵੀਰੋ, ਕਿਸਾਨ ਭਰਾਓ, ਜੱਟ ਭਰਾਓ, ਜਦੋਂ ਵਿਪਰਵਾਦ ਨੇ 1984 ਦੇ ਵਿੱਚ ਤੁਹਾਡੇ ਤੇ ਅਟੈਕ ਕੀਤਾ ਤੇ ਫਿਰ ਤੁਸੀਂ ਉਸ ਤੋਂ ਬਾਅਦ ਖਾਲਿਸਤਾਨ ਦੀ ਆਵਾਜ਼ ਚੁੱਕਣੀ ਸ਼ੁਰੂ ਕੀਤੀ, ਬੇਗਮਪੁਰਾ ਖਾਲਸਾ ਰਾਜ ਦੀ ਆਵਾਜ਼ ਚੁੱਕਣੀ ਸ਼ੁਰੂ ਕੀਤੀ। ਲੇਕਿਨ ਭਾਰਤ ਦੇ 85% ਲੋਕ ਪਿਛਲੇ 4000 ਸਾਲ ਤੋਂ ਜਦੋਂ ਵਿਪਰਵਾਦ ਦੇ ਨਾਲ ਲੜ ਰਹੇ ਆ ਤੇ ਸ਼ਰੇਆਮ ਵਿਪਰਵਾਦ ਨੂੰ ਚੈਲੰਜ ਕਰ ਰਹੇ ਆ, ਤੁਸੀਂ ਉਦੋਂ ਉਹਨਾਂ ਦੀਆਂ ਗੱਲਾਂ ਦੇ ਉੱਤੇ ਭਰੋਸਾ ਨਹੀਂ ਕੀਤਾ। ਜਦੋਂ 1984 ਦੇ ਵਿੱਚ ਸਾਡੇ ਸਿਰਮੌਰ ਅਕਾਲ ਤਖਤ ਸਾਹਿਬ ਦੇ ਉੱਤੇ ਕਾਂਗਰਸ ਸਰਕਾਰ ਜਦੋਂ ਅਟੈਕ ਕਰਦੀ ਹੈ, ਫਿਰ ਤੁਹਾਡੀਆਂ ਅੱਖਾਂ ਖੁੱਲਦੀਆਂ ਵੀ ਅਸੀਂ ਜਿਸ ਵਿਪਰਵਾਦ ਦੇ ਨਾਲ ਰਲ ਕੇ ਆਜ਼ਾਦੀ ਤੋਂ ਬਾਅਦ 70 ਸਾਲ ਸਰਕਾਰਾਂ ਬਣਾਉਂਦੇ ਆ ਰਹੇ ਆ, ਇਹਨਾਂ ਨੇ ਤਾਂ ਸਾਨੂੰ ਵੀ ਨਹੀਂ ਬਖਸ਼ਿਆ। ਫਿਰ ਇਹਨਾਂ ਗੱਦਾਰ ਲੀਡਰਾਂ ਨੇ, ਫਿਰ ਇਹਨਾਂ ਨੇ ਆਵਾਜ਼ ਚੁੱਕਣੀ ਸ਼ੁਰੂ ਕੀਤੀ ਤੇ ਖਾਲਿਸਤਾਨ ਦੀ ਮੰਗ ਰੱਖੀ। ਖਾਲਿਸਤਾਨ, ਬੇਗਮਪੁਰਾ ਖਾਲਿਸਤਾਨ ਤੇ ਬੇਗਮਪੁਰਾ ਖਾਲਸਾ ਰਾਜ ਕੋਈ ਫਰਕ ਨਹੀਂ ਹੈ। ਅਗਰ ਕੋਈ ਫਰਕ ਹੈ ਤਾਂ ਤੁਸੀਂ ਦੱਸੋ ਵੀ ਪਿਛਲੇ 4000 ਸਾਲ ਤੋਂ ਔਰ ਪਿਛਲੇ ਸੈਂਕੜੋਂ ਸਾਲਾਂ ਤੋਂ ਸਾਡੇ ਗੁਰੂ ਸਾਹਿਬਾਨਾਂ ਨੇ, 35 ਮਹਾਂਪੁਰਸ਼ਾਂ ਨੇ ਵਿਪਰਵਾਦ ਦੇ ਮੂੰਹ ਦੇ ਉੱਤੇ ਕਰਾਰੀ ਚਪੇੜ ਮਾਰੀ ਤੇ ਬੇਗਮਪੁਰਾ ਖਾਲਸਾ ਰਾਜ ਦੇ ਲਈ ਲੜਦੇ ਰਹੇ। ਸਾਡੇ ਸਾਹਿਬੇ ਕਮਾਲ ਕਲਗੀਧਰ ਪਿਤਾ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ, ਉਹਨਾਂ ਨੇ 13 ਜੰਗਾਂ ਪੰਜਾਬ ਦੀਆਂ, ਭਾਰਤ ਦੀਆਂ ਮਾਰਸ਼ਲ ਕੌਮਾਂ ਦਾ ਸਾਥ ਲੈ ਕੇ 13 ਜੰਗਾਂ ਵਿਪਰਵਾਦ ਦੇ ਨਾਲ ਲੜੀਆਂ ਔਰ ਜਿਨ੍ਹਾਂ ਨੇ 13 ਜੰਗਾਂ ਲੜੀਆਂ, ਸਾਹਿਬੇ ਕਮਾਲ ਦਾ ਸਾਥ ਦਿੱਤਾ, ਅੱਜ ਉਹ ਦਿਹਾੜੀਆਂ ਕਰਨ ਨੂੰ ਮਜਬੂਰ ਨੇ,
ਉਹਨਾਂ ਦੇ ਨਾਲ ਵੀ ਵਿਪਰ ਦੀ ਤਰਜ਼ ਤੇ ਚੱਲਦੇ ਹੋਏ ਪਿੰਡਾਂ ਦੇ ਵਿੱਚ, ਗੁਰੂ ਘਰਾਂ ਦੇ ਵਿੱਚ ਉਹਨਾਂ ਦੇ ਨਾਲ ਜਾਤੀ ਵਿਤਕਰਾ ਹੋ ਰਿਹਾ। ਔਰ ਜਾਤੀ ਵਿੱਚ ਵਿਤਕਰਾ ਹਜ਼ਾਰਾਂ ਸਾਲਾਂ ਤੋਂ ਹੋ ਰਿਹਾ, ਸੈਂਕੜੋਂ ਸਾਲਾਂ ਤੋਂ ਹੋ ਰਿਹਾ। ਲੇਕਿਨ ਡਾਕਟਰ ਗੁਰਿੰਦਰ ਸਿੰਘ ਰੰਘਰੇਟਾ ਖਾਲਸਾ ਜਦੋਂ ਇਹ ਆਵਾਜ਼ ਚੁੱਕਦਾ ਸੀ ਤੇ ਫਿਰ ਜੋ ਪਹਿਲਾਂ ਵਿਪਰ ਦੇ ਨਾਲ ਰਲ ਕੇ ਕੰਮ ਕਰ ਰਹੇ ਸੀ, ਜਦੋਂ ਉਹਨਾਂ ਲੋਕਾਂ ਨੂੰ ਖੁਦ ਮਾਰ ਪਈ, ਉਹ ਲੋਕ ਰੰਘਰੇਟਾ ਡਾਕਟਰ ਗੁਰਿੰਦਰ ਸਿੰਘ ਖਾਲਸਾ ਦਾ ਵਿਰੋਧ ਕਰਦੇ ਆ ਕਿ ਇਹ ਜਾਤੀ ਵਿਤਕਰਾ ਕਰ ਰਿਹਾ, ਇਹ ਮਜ਼੍ਹਬੀ ਸਿੱਖਾਂ ਤੇ ਜੱਟ ਸਿੱਖਾਂ ਦੇ ਵਿੱਚ ਪਾੜਾ ਪਾਉਣ ਦੀ ਕੋਸ਼ਿਸ਼ ਕਰ ਰਿਹਾ। ਮੇਰੇ ਬੋਲਣ ਤੋਂ ਪਹਿਲਾਂ ਵੀ ਵਿਤਕਰੇ ਹੁੰਦੇ ਆਏ ਆ ਦੋਸਤੋ। ਮੈਂ ਸਿੱਖ ਸੰਗਤਾਂ ਨੂੰ ਇੱਥੇ ਦੱਸਣਾ ਚਾਹੁੰਦਾ ਕਿ ਮੇਰੇ ਬੋਲਣ ਤੋਂ ਪਹਿਲਾਂ ਵੀ ਹਜ਼ਾਰਾਂ ਸਾਲਾਂ ਤੋਂ ਜਾਤੀ ਵਿਤਕਰੇ ਹੁੰਦੇ ਆ ਰਹੇ ਆ, ਤੇ ਜੇ ਅਸੀਂ ਜੁਰਮ ਦੇ ਖਿਲਾਫ ਆਵਾਜ਼ ਚੁੱਕਦੇ ਆ ਤੇ ਜਾਤੀ ਵਿਤਕਰਾ ਕਰਨ ਵਾਲੇ ਤੇ ਉਹਨਾਂ ਦੇ ਸਮਰਥਕ ਉਹ ਇਹ ਗੱਲ ਕਹਿੰਦੇ ਆ ਕਿ ਰੰਘਰੇਟਾ ਡਾਕਟਰ ਗੁਰਿੰਦਰ ਸਿੰਘ ਖਾਲਸਾ ਜਿਹੜਾ ਆ ਉਹ ਪੰਜਾਬ ਦੇ ਵਿੱਚ ਦੋ ਬਰਾਦਰੀਆਂ ਦੇ ਵਿੱਚ ਪਾੜਾ ਪਾ ਰਿਹਾ। ਸਾਡੇ ਜ਼ਿਮੀਂਦਾਰ ਜਿਹੜੇ ਨੇ, ਜਿਹੜੇ ਘੱਟ ਜ਼ਮੀਨਾਂ ਵਾਲੇ ਗਰੀਬ ਕਿਸਾਨ ਨੇ, ਜੱਟ, ਸਾਡੇ ਗਰੀਬ ਜਿਹੜੇ ਜੱਟ ਭਰਾ ਨੇ, ਉਹ ਸਾਡੇ ਭਰਾ ਨੇ। ਸਾਨੂੰ ਪਤਾ ਹੈ ਕਿ ਸਾਰੇ ਵਿਤਕਰਾ ਨਹੀਂ ਕਰਦੇ। 95% ਸਾਡਾ ਬੇਜ਼ਮੀਨਾਂ, ਘੱਟ ਜ਼ਮੀਨਾਂ ਵਾਲੇ ਗਰੀਬ ਜੱਟ ਭਰਾ ਜਿਹੜੇ ਨੇ ਉਹ ਸਾਡੇ ਦੁੱਖ ਦਰਦ ਨੂੰ ਸਮਝਦੇ ਆ। ਅਸੀਂ ਉਹਨਾਂ ਦਾ ਸਾਥ ਵੀ ਦਿੰਦੇ ਆ ਪਿੰਡਾਂ ਦੇ ਵਿੱਚ। ਉਹ ਸਾਡਾ ਉਹਨਾਂ ਬਿਨਾਂ, ਉਹਨਾਂ ਦਾ ਸਾਡੇ ਬਿਨਾਂ ਗੁਜ਼ਾਰਾ ਨਹੀਂ ਆ। ਲੇਕਿਨ 5% ਬਾਦਲ ਵਰਗੇ ਔਰ ਕੈਪਟਨ ਵਰਗੇ ਅਮੀਰ ਲੋਕ ਇਹ ਜਿਹੜੇ ਨੇ ਇਹ ਵਿਪਰ ਦੇ ਰਾਹ ਤੇ ਚੱਲਦੇ ਹੋਏ ਇਹ ਸਿੱਖੀ ਨੂੰ ਖਤਮ ਕਰਨਾ ਚਾਹੁੰਦੇ ਆ। ਕਿਉਂਕਿ ਸਿੱਖੀ ਦਾ ਫਲਸਫਾ ਜੋ ਹੈ, ਸਿੱਖੀ ਕੀ ਚੀਜ਼ ਹੈ? ਸਿੱਖੀ ਸਾਡੇ ਪਿਛਲੇ ਹਜ਼ਾਰਾਂ ਸਾਲਾਂ ਤੋਂ ਭਾਰਤ ਦੇ ਚੌਥੇ ਵਰਗ ਨੂੰ, ਜਿਨ੍ਹਾਂ ਦਾ ਅਨਪੜ੍ਹ ਰਹਿਣਾ ਧਰਮ ਬਣਾ ਦਿੱਤਾ ਗਿਆ ਸੀ, ਜਿਨ੍ਹਾਂ ਨੂੰ ਅਨਪੜ੍ਹ ਰਹਿਣਾ ਔਰ ਉਹ ਕੁਝ ਨਾ ਸਿੱਖ ਸਕਣ, ਇਹ ਉਹਨਾਂ ਦਾ ਧਰਮ ਬਣਾਇਆ ਗਿਆ ਸੀਗਾ ਵਿਪਰ ਵੱਲੋਂ। ਤੇ ਸਾਡੇ 35 ਮਹਾਂਪੁਰਸ਼ਾਂ ਨੇ ਉਹਨਾਂ ਨੂੰ ਸਿੱਖਦੇ ਰਹਿਣਾ, ਸਿੱਖਣ ਵਾਲਾ ਸਿੱਖ ਸਿੰਘ ਕੌਰ ਖਾਲਸਾ ਦਾ ਉਹਨਾਂ ਨੇ ਸਿਧਾਂਤ ਲੈ ਕੇ ਆਂਦਾ। ਕਿਉਂਕਿ ਸਿੱਖੀ ਦੇ ਵਿੱਚ ਊਚ ਨੀਚ ਦੀ ਕੋਈ ਕਿਤੇ ਵੀ ਗੱਲ ਨਹੀਂ ਹੈ। ਸਿੱਖੀ ਊਚ ਨੀਚ ਜਾਤਾਂ ਦਾ ਖੰਡਨ ਕਰਦੀ ਹੈ, ਉਹਨਾਂ ਨੂੰ ਕਮੈਂਡ ਕਰਦੀ ਹੈ, ਉਹਦਾ ਵਿਰੋਧ ਕਰਦੀ ਹੈ। ਲੇਕਿਨ ਸਿੱਖੀ ਦੇ ਵਿੱਚ ਵੀ ਜਦੋਂ ਇਸ ਤਰ੍ਹਾਂ ਦੇ ਵਿਤਕਰੇ ਹੋਣ ਲੱਗੇ, ਫਿਰ ਮੇਰੇ ਵਰਗਾ ਆਵਾਜ਼ ਚੁੱਕਦਾ ਤੇ ਉਹਨੂੰ ਕਿਹਾ ਜਾਂਦਾ ਆ, ਉਹਦਾ ਵਿਰੋਧ ਕੀਤਾ ਜਾਂਦਾ ਆ ਕਿ ਇਹ ਪਾੜਾ ਪਾ ਰਿਹਾ, ਇਹ ਜਾਤਾਂ ਦੇ ਖਿਲਾਫ, ਜਾਤਾਂ ਦੀ ਗੱਲ ਕਰਦਾ। ਅਸੀਂ ਜਾਤਾਂ ਦੀ ਗੱਲ ਨਹੀਂ ਕਰਦੇ। ਮੈਨੂੰ ਇਸ ਗੱਲ ਦੀ ਖੁਸ਼ੀ ਹੋ ਰਹੀ ਹੈ ਕਿ ਨਿਹੰਗ ਸਿੰਘ ਜਥੇਬੰਦੀਆਂ ਦੇ ਵਿੱਚ ਜੋ ਮਜ਼੍ਹਬੀ ਸਿੱਖਾਂ ਦੇ ਨਾਲ, ਰਮਦਾਸੀਏ ਸਿੱਖਾਂ ਦੇ ਨਾਲ, ਜਦੋਂ ਉਹਨਾਂ ਦੇ ਨਾਲ ਵੀ ਵਿਤਕਰਾ ਹੁੰਦਾ ਸੀ, ਉਹ ਪਹਿਲਾਂ ਬਰਦਾਸ਼ਤ ਕਰਦੇ ਰਹੇ। ਲੇਕਿਨ ਹੁਣ ਇਸ ਗੱਲ ਦੀ ਖੁਸ਼ੀ ਹੈ ਕਿ ਉਹਨਾਂ ਨਿਹੰਗ ਸਿੰਘਾਂ ਨੇ, ਉਹਨਾਂ ਨੇ ਆਵਾਜ਼ ਚੁੱਕਣੀ ਸ਼ੁਰੂ ਕੀਤੀ। ਰੰਘਰੇਟਾ ਡਾਕਟਰ ਗੁਰਿੰਦਰ ਸਿੰਘ ਖਾਲਸਾ ਉਹਨਾਂ ਨਿਹੰਗ ਸਿੰਘਾਂ ਦਾ ਸਮਰਥਨ ਕਰਦਾ ਹੈ ਜਿਨ੍ਹਾਂ ਦੇ ਨਾਲ ਬਾਟੇ ਨੂੰ ਲੈ ਕੇ ਔਰ ਦੋ ਬਾਟੇ ਕੀਤੇ ਜਾਂਦੇ ਆ। ਜਦੋਂ ਉਹਨਾਂ ਨੂੰ ਖੰਡੇ ਬਾਟੇ ਦੀ ਪਹੁਲ ਦਿੱਤੀ ਜਾਂਦੀ ਹੈ ਤੇ ਉਹਨਾਂ ਦੇ ਨਾਲ ਜਾਤੀ ਵਿਤਕਰਾ ਕੀਤਾ ਜਾਂਦਾ ਆ। ਤੇ ਮੈਨੂੰ ਇਸ ਗੱਲ ਦਾ ਮਾਣ ਮਹਿਸੂਸ ਹੋ ਰਿਹਾ ਕਿ ਮੈਂ ਵੀ ਆਵਾਜ਼ ਚੁੱਕੀ ਤੇ ਉਸੇ ਤਰਜ਼ ਦੇ ਉੱਤੇ ਹੁਣ ਨਿਹੰਗ ਸਿੰਘਾਂ ਨੇ ਵੀ ਆਵਾਜ਼ ਚੁੱਕਣੀ ਸ਼ੁਰੂ ਕਰ ਦਿੱਤੀ। ਤੇ ਕੁਝ ਅਜੇ ਵੀ ਸਾਡੇ ਵਿੱਚੋਂ ਹੀ ਕੁਝ ਲੋਕ, ਵਿਭੀਸ਼ਣ, ਜਸਵੀਰ ਸਿੰਘ ਮਾਨ ਵਰਗੇ ਕੌਲੀ ਚੱਟ ਵਿਭੀਸ਼ਣ, ਜਿਹੜੇ ਅਜੇ ਵੀ ਜਾਤੀ ਵਿਤਕਰਾ ਕਰਨ ਵਾਲਿਆਂ ਦਾ ਸਾਥ ਦੇ ਰਿਹਾ ਤੇ ਉਹਨਾਂ ਨਿਹੰਗ ਸਿੰਘਾਂ ਦਾ ਵਿਰੋਧ ਕਰ ਰਿਹਾ, ਜਿਨ੍ਹਾਂ ਨੇ ਹੁਣ ਜਾਤੀ ਵਿਤਕਰੇ ਦੇ ਖਿਲਾਫ, ਨਿਹੰਗ ਸਿੰਘਾਂ ਨੇ ਜਿਨ੍ਹਾਂ ਨੇ ਆਵਾਜ਼ ਚੁੱਕੀ ਹੈ। ਇਹ ਜਸਵੀਰ ਸਿੰਘ ਮਾਨ ਵਰਗਾ ਕੌਲੀ ਚੱਟ ਬੰਦਾ ਜੋ ਕਿ ਅਜੇ ਵੀ ਸਿਰੀ ਪੁਣੇ ਕਰਨ ਤੋਂ ਬਾਜ ਨਹੀਂ ਆ ਰਿਹਾ। ਇਹਦੀ ਇੱਥੋਂ ਇਹਦੀ ਮਨਸ਼ਾ ਪਤਾ ਲੱਗਦੀ ਹੈ ਕਿ ਇਹ ਚੈਲੰਜ ਕਰ ਰਹੇ ਨਿਹੰਗ ਸਿੰਘਾਂ ਨੂੰ ਕਿ ਜੇ ਤੁਸੀਂ ਪਿਛਲੇ 100-150 ਸਾਲ ਤੋਂ ਜੋ ਜਾਤੀ ਵਿਤਕਰਾ ਹੋ ਰਿਹਾ ਉਹ ਇੱਕਦਮ ਨਹੀਂ ਖਤਮ ਹੋ ਸਕਦਾ, ਉਹ ਹੌਲੀ ਹੌਲੀ ਖਤਮ ਹੋਊਗਾ। ਤੇ ਜਸਵੀਰ ਸਿੰਘ ਮਾਨ ਵਰਗਾ ਇਹ ਚੈਲੰਜ ਕਰ ਰਿਹਾ ਨਿਹੰਗ ਸਿੰਘਾਂ ਨੂੰ ਕਿ ਜੇ ਤੁਸੀਂ 1 ਮਹੀਨੇ ਦੇ ਵਿੱਚ ਉਹ ਜਾਤੀ ਵਿਤਕਰਾ ਖਤਮ ਕਰ ਦਿੰਦੇ ਹੋ ਤੇ ਇਹ ਗੱਲ ਕਰਦਾ ਹੈ ਕਿ ਮੈਂ 11,000 ਰੁਪਏ ਦਾ ਉਹਨਾਂ ਨੂੰ ਇਨਾਮ ਦੇਵਾਂਗਾ ਤੇ ਉਹਨਾਂ ਨੂੰ ਸਿਰੋਪਾ ਪਾ ਕੇ ਉਹਨਾਂ ਨਿਹੰਗ ਸਿੰਘਾਂ ਨੂੰ ਸਨਮਾਨ ਕਰਾਂਗਾ ਜੇ ਉਹ 1 ਮਹੀਨੇ ਦੇ ਵਿੱਚ ਜਾਤੀ ਵਿਤਕਰਾ ਜਿਹੜਾ ਆ ਉਹ ਖਤਮ ਕਰ ਦਿੰਦੇ ਆ। ਸੋ ਸਿੱਖ ਸੰਗਤ ਜੀ,
ਔਰ ਮੇਰੇ ਭਾਰਤ ਦੇ ਮੂਲ ਨਿਵਾਸੀ ਭੈਣ ਭਰਾਓ, ਇਹ ਵਿਤਕਰੇ ਦੇ ਖਿਲਾਫ ਹੁਣ ਸਾਨੂੰ ਸਾਰਿਆਂ ਨੂੰ ਇਕਜੁੱਟ ਹੋ ਕੇ ਆਪਣੇ 35 ਮਹਾਂਪੁਰਸ਼ਾਂ ਦੇ ਰਾਹ ਤੇ ਚੱਲਦੇ ਹੋਏ, ਜੇ ਆਪਾਂ ਚਾਹੁੰਦੇ ਆ ਕਿ ਸਿੱਖੀ ਨੂੰ ਖਤਮ ਹੋਣ ਤੋਂ ਬਚਾ ਲਈਏ, ਤੇ ਇਸ ਤਰ੍ਹਾਂ ਦੇ ਲੋਕ ਜਿਹੜੇ ਜਾਤੀ ਵਿਤਕਰਾ ਕਰਕੇ ਬਿਬਰ ਦੇ ਰਾਹ ਤੇ ਚੱਲ ਰਹੇ ਆ, ਇਹਨਾਂ ਦਾ ਵਿਰੋਧ ਸਾਨੂੰ ਖੁੱਲ੍ਹ ਕੇ ਕਰਨਾ ਪੈਣਾ ਆ। ਜਿਸ ਤਰ੍ਹਾਂ ਕਿ ਹੁਣ ਨਿਹੰਗ ਸਿੰਘਾਂ ਨੇ ਇਸ ਜਾਤੀ ਵਿਤਕਰੇ ਦੇ ਖਿਲਾਫ ਆਵਾਜ਼ ਚੁੱਕੀ ਹੈ। ਉਹਨਾਂ ਨੂੰ ਮੈਂ ਤਾਂ ਨਹੀਂ ਦੱਸਿਆ, ਕਿਉਂਕਿ ਉਹਨਾਂ ਦੇ ਨਾਲ, ਨਿਹੰਗ ਸਿੰਘਾਂ ਦੇ ਨਾਲ ਜਾਤੀ ਵਿਤਕਰਾ ਹੁੰਦਾ ਆ ਰਿਹਾ, ਤੇ ਉਹਨਾਂ ਨੇ ਆਵਾਜ਼ ਚੁੱਕਣੀ ਸ਼ੁਰੂ ਕਰ ਦਿੱਤੀ ਹੈ। ਸੋ ਵੀਰੋ, ਮੈਨੂੰ ਇਸ ਗੱਲ ਦੀ ਹੋਰ ਖੁਸ਼ੀ ਹੋ ਰਹੀ ਹੈ ਕਿ ਮੇਰੇ ਇਸੇ ਪੇਜ ਦੇ ਉੱਤੇ ਜਿੱਥੋਂ ਮੈਂ ਲਾਈਵ ਹੋਇਆ, ਇਹੀ ਮੇਰਾ ਓਰੀਜਨਲ ਪੇਜ ਆ। ਇੱਕ ਮੇਰੀ ਫੇਸਬੁੱਕ ਪ੍ਰੋਫਾਈਲ ਆ, ਆਈਡੀ ਆ। ਇਹ ਦੋ ਹੀ ਮੇਰੇ ਪੇਜ ਨੇ। ਇਹਨਾਂ ਤੋਂ ਹੀ ਮੈਂ ਲਾਈਵ ਹੋਣਾ, ਜਿੱਥੋਂ ਲਾਈਵ ਹੋਣਾ ਇਹੀ ਮੇਰੇ ਓਰੀਜਨਲ ਪੇਜ ਨੇ। ਕਿਉਂਕਿ ਮੇਰਾ ਪਿਛਲੇ 15-20 ਦਿਨਾਂ ਤੋਂ ਔਰ ਪਿਛਲੇ ਕਈ ਲੰਬੇ ਸਮੇਂ ਤੋਂ ਮੇਰਾ ਵਿਰੋਧ ਹੋ ਰਿਹਾ, ਔਰ ਮੈਨੂੰ ਨੀਵਾਂ ਦਿਖਾਉਣ ਵਾਸਤੇ ਮੈਨੂੰ ਅਲੱਗ-ਅਲੱਗ ਲੋਕ, ਕੌਲੀ ਚੱਟ ਲੋਕ ਜਿਹੜੇ ਨੇ ਉਹ ਮੇਰਾ ਵਿਰੋਧ ਕਰ ਰਹੇ ਆ, ਮੇਰੀਆਂ ਲੱਤਾਂ ਖਿੱਚ ਰਹੇ ਆ, ਉਹ ਮੈਨੂੰ ਦਬਾਉਣਾ ਚਾਹੁੰਦੇ ਆ। ਪਰ ਸਾਹਿਬੇ ਕਮਾਲ ਕਲਗੀਧਰ ਪਿਤਾ ਜੀ ਦੀ ਕਿਰਪਾ ਹੋ ਗਈ ਹੈ। ਡਾਕਟਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ, ਜਿਨ੍ਹਾਂ ਦੇ ਸੰਵਿਧਾਨ ਦੀ ਬਦੌਲਤ ਅੱਜ ਮੈਂ ਪੜ੍ਹ ਕੇ ਆਪਣੇ ਸਮਾਜ ਦੀ ਗੱਲ ਕਰ ਰਿਹਾ, ਬੇਗਮਪੁਰਾ ਖਾਲਸਾ ਰਾਜ ਦੀ ਗੱਲ ਕਰ ਰਿਹਾ। ਭਾਰਤ ਦੇ 85% ਲੋਕਾਂ ਨੂੰ ਇੱਕ ਹੋ ਕੇ 15% ਜੋ ਵਿਪਰਵਾਦੀ ਲੋਕ ਸਾਡੇ ਨਾਲ ਵਿਤਕਰਾ ਕਰ ਰਹੇ ਆ, ਔਰ ਸਾਡੇ ਲੋਕਾਂ ਦੇ ਵਿੱਚ ਪਾੜਾ ਪਾ ਕੇ ਔਰ ਖੁਦ ਰਾਜ ਕਰ ਰਹੇ ਆ, ਉਹ 85% ਲੋਕ ਹੌਲੀ ਹੌਲੀ ਹੁਣ ਇੱਕ ਪਲੇਟਫਾਰਮ ਤੇ ਇਕੱਠੇ ਹੋ ਕੇ ਉਹ ਆਵਾਜ਼ ਚੁੱਕ ਰਹੇ ਆ। ਔਰ ਉਹ ਸ਼ਰੇਆਮ ਭਾਰਤ ਦੇ 85% ਲੋਕ ਬਾਮਸੇਫ ਔਰ ਵਾਮਨ ਵੈਸ਼ਨਵ ਜੀ ਵਰਗੇ ਲੋਕ ਜਿਹੜੇ ਸ਼ਰੇਆਮ ਬ੍ਰਾਹਮਣਵਾਦ ਦਾ ਵਿਰੋਧ ਕਰਦੇ ਆ, ਤੇ ਸ਼ਰੇਆਮ ਉਹ ਇਹ ਗੱਲ ਕਹਿੰਦੇ ਆ ਕਿ ਇਹ ਹਿੰਦੂ ਧਰਮ ਕੋਈ ਹੈ ਹੀ ਨਹੀਂ। ਤੇ ਸਾਡੇ ਲੋਕ ਅਜੇ ਵੀ ਕਹਿੰਦੇ ਆ ਨਹੀਂ, ਅਸੀਂ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਆ। ਤੇ ਇਸੇ ਗੱਲ ਦੇ ਉੱਤੇ ਆਣ ਕੇ ਉਹ ਕਹਿੰਦੇ ਆ ਵੀ ਅਸੀਂ ਸਾਰੇ ਭਾਈ ਆ। ਲੇਕਿਨ ਤੁਹਾਡੇ ਨਾਲ ਬ੍ਰਾਹਮਣਵਾਦ, ਜਿਸ ਨੂੰ ਖੁਦ ਨੂੰ ਪਤਾ ਆ ਕਿ ਹਿੰਦੂ ਸ਼ਬਦ ਦਾ ਮਤਲਬ ਕੀ ਹੈ, ਤੇ ਉਹ ਬ੍ਰਾਹਮਣਵਾਦ ਵੀ ਆਪਣੇ ਆਪ ਨੂੰ ਸਨਾਤਨੀ ਕਹਿੰਦਾ, ਉਹ ਆਪਣੇ ਆਪ ਨੂੰ ਹਿੰਦੂ ਨਹੀਂ ਕਹਾਉਂਦਾ। ਉਸੇ ਦਾ ਹੀ ਇਹ ਜੋ ਸਿਸਟਮ ਹੈ ਚਲਾਇਆ ਹੋਇਆ, ਭਾਰਤ ਦੇ ਵਿੱਚ 4 ਵਰਨ ਬਣਾ ਕੇ ਚੌਥੇ ਵਰਨ ਦੇ ਨਾਲ ਹਜ਼ਾਰਾਂ ਸਾਲਾਂ ਤੋਂ ਵਿਤਕਰਾ ਹੋ ਰਿਹਾ। ਜਦੋਂ ਭਾਰਤ ਦੇ 85% ਲੋਕ ਹਿੰਦੂ ਸ਼ਬਦ ਦਾ ਵਿਰੋਧ ਕਰ ਰਹੇ ਆ, ਵਾਮਨ ਵੈਸ਼ਨਵ ਵਰਗੇ, ਔਰ ਪੂਰਾ ਬਾਮਸੇਫ ਵਿਰੋਧ ਕਰ ਰਿਹਾ, ਤੇ ਫਿਰ ਸਾਨੂੰ ਸਿੱਖਾਂ ਨੂੰ ਵੀ ਭਾਰਤ ਦੇ 85% ਲੋਕਾਂ ਦਾ ਸਾਥ ਦੇ ਕੇ ਤੇ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਨ ਤੋਂ ਰੋਕਣਾ ਚਾਹੀਦਾ ਹੈ। ਔਰ ਸਾਨੂੰ ਇੱਕ ਹੋ ਕੇ ਜੋ 1585 ਦੀ ਲੜਾਈ ਆ, ਉਹ ਸਾਨੂੰ ਇੱਕ ਹੋ ਕੇ ਲੜਨੀ ਪਏਗੀ, ਤੇ ਤਾਂ ਹੀ ਜਾ ਕੇ ਅਸੀਂ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਨ ਤੋਂ ਬਚਾ ਸਕਦੇ ਹਾਂ। ਇਹ ਦੇਸ਼ ਭਾਰਤ ਦੇਸ਼ ਹੈ, ਔਰ ਇਸ ਭਾਰਤ ਦੇਸ਼ ਦੇ ਜੋ ਸਾਨੂੰ ਸੰਵਿਧਾਨ ਮਿਲਿਆ, ਉਸ ਭਾਰਤ ਦੇ ਸੰਵਿਧਾਨ ਦੇ ਉੱਤੇ ਸਾਨੂੰ ਓਨਾ ਹੀ ਭਰੋਸਾ ਹੈ ਜਿੰਨਾ ਸਾਨੂੰ ਆਪਣੇ 35 ਮਹਾਂਪੁਰਸ਼ਾਂ ਦੀ ਗੁਰਬਾਣੀ ਦੇ ਉੱਤੇ ਭਰੋਸਾ ਹੈ। ਕਿਉਂਕਿ ਡਾਕਟਰ ਭੀਮ ਰਾਓ ਅੰਬੇਡਕਰ ਜੀ ਨੇ ਭਾਰਤ ਦਾ ਸੰਵਿਧਾਨ ਜਦੋਂ ਲਿਖਿਆ ਸੀ, ਉਹਨਾਂ ਨੇ ਉਹਦੇ ਵਿੱਚ ਰਿਪਰੈਜ਼ੈਂਟੇਸ਼ਨ ਲਿਆਂਦੀ, ਉਹਨਾਂ ਨੇ ਰਿਜ਼ਰਵੇਸ਼ਨ ਲਿਆਂਦੀ, ਔਰ ਰਿਜ਼ਰਵੇਸ਼ਨ ਹਰ ਇੱਕ ਵਾਸਤੇ ਆ। ਲੇਕਿਨ ਪੰਜਾਬ ਦੇ ਗਦਾਰ ਸਿੱਖ ਲੀਡਰਾਂ ਨੇ, ਇਹਨਾਂ ਨੇ ਆਪਣੇ ਕਿਸਾਨ ਭਰਾਵਾਂ ਨੂੰ ਜਾਗਰੂਕ ਨਹੀਂ ਕੀਤਾ। ਇਹਨਾਂ ਨੇ ਕਦੀ ਸਟੇਜ ਤੋਂ ਇਹ ਗੱਲ ਨਹੀਂ ਬੋਲੀ ਕਿ ਭਾਰਤ ਦੇ ਸੰਵਿਧਾਨ ਦੇ ਵਿੱਚ ਕੀ ਲਿਖਿਆ। ਜਦੋਂ ਸਾਡੇ ਸਿੱਖਾਂ ਦੇ ਗਦਾਰ ਲੀਡਰ ਜਦੋਂ ਇਸ ਚੀਜ਼ ਦਾ ਉਹ ਖੁੱਲ੍ਹ ਕੇ ਖੁਲਾਸਾ ਨਹੀਂ ਕਰ ਰਹੇ ਕਿ ਭਾਰਤ ਦੇ ਸੰਵਿਧਾਨ ਦੇ ਵਿੱਚ ਆਰਟੀਕਲ 25(2)(b) ਦੇ ਵਿੱਚ ਕਿਤੇ ਵੀ ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਨਹੀਂ ਲਿਖਿਆ ਗਿਆ, ਤੇ ਫਿਰ ਕਿਉਂ ਇਹਨਾਂ ਗਦਾਰ ਲੀਡਰਾਂ ਨੇ ਲੱਖਾਂ ਸਿੰਘ ਸ਼ਹੀਦ ਕਰਵਾਤੇ, ਲੱਖਾਂ ਮਾਵਾਂ ਦੇ ਪੁੱਤ ਸ਼ਹੀਦ ਕਰਵਾ ਦਿੱਤੇ, ਔਰ ਕਦੀ ਖੁਲਾਸਾ ਨਹੀਂ ਹੋਣ ਦਿੱਤਾ, ਕਦੀ ਖੁਲਾਸਾ ਨਹੀਂ ਕੀਤਾ ਕਿ ਭਾਰਤ ਦੇ ਸੰਵਿਧਾਨ ਆਰਟੀਕਲ 25(2)(b) ਦੇ ਵਿੱਚ ਕਿਤੇ ਵੀ ਸਿੱਖਾਂ ਨੂੰ ਹਿੰਦੂਆਂ ਦਾ ਹਿੱਸਾ ਨਹੀਂ ਲਿਖਿਆ ਗਿਆ। ਵੀਰੋ, ਤੁਸੀਂ ਖੁਦ ਸੰਵਿਧਾਨ ਦੀ ਕਾਪੀ ਲਿਆਓ, ਸੰਵਿਧਾਨ ਨੂੰ ਆਪ ਪੜ੍ਹੋ, ਆਰਟੀਕਲ 25(2)(b) ਖੁਦ ਪੜ੍ਹੋ, ਤੁਹਾਨੂੰ ਖੁਦ ਪਤਾ ਚੱਲ ਜਾਏਗਾ ਕਿ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੇ ਜੋ ਬਿਪਰ ਦੁਆਰਾ 6743 ਜਾਤਾਂ ਬਣਾਈਆਂ ਸੀ, ਉਹਨਾਂ ਨੂੰ ਜੋ ਬਹੁਤ ਸਾਰਾ ਸਾਡੇ ਵਿੱਚ ਇੱਕ ਤਰ੍ਹਾਂ ਦੀ ਦਰਾਰ ਪੈ ਗਈ ਸੀਗੀ, ਬਿਪਰ ਨੇ ਪਾ ਦਿੱਤੀ ਸੀ,
ਤੇ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨੇ ਭਾਰਤ ਦੇ ਸੰਵਿਧਾਨ ਦੇ ਵਿੱਚ ਉਹਨਾਂ ਜਾਤਾਂ ਨੂੰ OBC BC SC ST ਔਰ ਮਾਈਨੋਰਟੀ ਦੀ ਕੈਟਾਗਰੀ ਦੇ ਵਿੱਚ ਲਿਆਂਦਾ। ਸਾਨੂੰ ਅਲੱਗ-ਅਲੱਗ ਵਿਖਰੇ ਹੋਏ ਲੋਕਾਂ ਨੂੰ ਇਕੱਠਿਆਂ ਕਰਨ ਦੀ ਕੋਸ਼ਿਸ਼ ਕੀਤੀ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਨੇ, ਲੇਕਿਨ ਸਿੱਖਾਂ ਦੇ ਗਦਾਰ ਲੀਡਰਾਂ ਨੇ ਔਰ ਜਿੰਨੀ ਵੀ OBC जी माफी चाहना, लाइट चली गई सी। OBC जिहड़ा है OBC नूं साडे गदार लीडरां ने अदर बैकवर्ड क्लास जो है जो भारत के 85% लोगों के विच आउंदी है, वो विपर दे मगर लग के अपने आप नूं उच्च श्रेणी का समझ के वो विपर का साथ दे रहे हैं और उन्होंने पता है कि SC और ST आवाज़ चुक रहा है और भारत के अदर बैकवर्ड क्लास OBC जिहड़े ते इन्हां दे विचों जागरूक लोग ने वो तो SC ST का साथ देंदे हैं, लेकिन ज़्यादातर अदर बैकवर्ड क्लास जिहड़े ने जिन्हां दे विच साडे जट भरा सैनी भी आउंदे ने, वो अपने आप नूं विपर दे राह ते चलदे होए वो अपने आप नूं उच्चियां जातां दा समझ रहे हैं और उन्होंने खुद संविधान नूं कदी नहीं पढ़िया। संविधान दे विच OBC अदर बैकवर्ड क्लास 85% लोगों दे विच 52% OBC अदर बैकवर्ड क्लास होंदी है जिहड़ी कि अपने आप नूं उच्चियां जातां दा समझ रहे हैं, जबकि वो भारत के 85% दे विच आउंदे ने और वो अपने आप नूं उच्ची श्रेणी का समझ के तो वो विपर वाले राह ते चल के अपने आप नूं उच्चा समझ के अपने आप नूं SC और ST तो अलग समझ रहे हैं। अगर भारत के 85% लोग एक हो जान, अदर बैकवर्ड क्लास जागरूक हो जाए, उन्होंने पता चल जाए विपर की चाल कि विपर जिहड़ा है वो बहुत शैतान है, वो 80% रिजर्वेशन के उत्ते खुद काबज होकर बैठा होया, क्योंकि डॉक्टर बाबा साहब भीम राव अंबेडकर जी ने उन्होंने 85% लोगों की रिजर्वेशन जिहड़ी है रिप्रजेंटेशन जिहड़ी है वो भारत के संविधान के विच लैके आंदी। 52% जो अदर बैकवर्ड क्लास है उन्हां दा 17% रिजर्वेशन है उन्हां दी, लेकिन पंजाब दे गद्दार लीडरां ने अपने लोगों नूं गाणियां दे माध्यम तो फिल्मां दे माध्यम तो यह दस्सिया भी नहीं तुसीं अमीर हो, तुसीं उच्चियां जातां दे हो, जबकि 95% घट जमीनां वाला बेजमीना और गरीब साडा किसान भरा जां जट भरा जिहड़ा आ वो इन्हां गद्दार लीडरां दे मगर लग के वो ये सोचते सी भी ये लीडर जिहड़े ने कैप्टन और बादल वर्गे साडी जात दे ने, पर उन्होंने इन्हां नूं अपने समझी दे रहे ते OBC आप बेचारे स्प्रेयां पी के फाहे लैके मरन नूं मजबूर होए, क्योंकि खेतीबाड़ी दे विच उन्हां नूं कुछ बचदा नहीं है। जे उन्हां नूं जागरूकता हुंदी, जे उन्हां नूं पता चल जांदा इन्हां दी चाल दा, जो साडे सिखां दे गद्दार लीडर ने कैप्टन ते बादल वर्गे, अगर ये लोग चाहते तो ये साडे हुण तक जिन्ने भी साडे किसान भरा गरीब जट भरा फाहे लैके स्प्रेयां पी के मरे आ, उन्होंने ये जागरूक कर सकते सी कि भारत के संविधान के विच तुहाडी भी रिजर्वेशन आ, 17% रिजर्वेशन आ अदर बैकवर्ड क्लास की, और तुसी अगर नहीं तुहानूं खेतीबाड़ी दे विचों कुछ बचदा तो तुसी अपने बच्चों नूं पढ़ाओ लिखाओ ते अपने आप नूं जातां दी कैटेगरी दे विच जिवें अदर बैकवर्ड क्लास दे विच जिवें SC और ST नूं जातां नूं इकट्ठियां करके डॉक्टर बाबा साहब भीम राव अंबेडकर जी ने SC और ST दे विच जाके उन्हां नूं एक कर दिता। इसे तरीके दे नाल OBC नूं भी एक होके अपनी रिजर्वेशन जो संविधान दे विच उन्हां दे अधिकार ने, अपने फंडामेंटल राइट्स ने, अगर वो साडे किसान भरा जिहड़े स्प्रेयां पी के ते फाहे लैके हुण तक मरे ने, अगर वो जागरूक हुंदे, अगर उन्हां नूं ये सिख गद्दार लीडर जिहड़े ने कैप्टन ते बादल वर्गे अगर उन्हां नूं रिजर्वेशन दे बारे दस्सिया हुंदा ते उन्होंने रिजर्वेशन का अपना फंडामेंटल राइट्स लेना सी ते उन्होंने कभी भी लोड़ नहीं पैनी सी फाहे लैके मरन दी या स्प्रेयां पी के मरन दी या उन्होंने कभी भी कर्ज दे विच डुबण की लोड़ नहीं पैनी सी। लेकिन इन्हां साडे गद्दार लीडरां ने, बादल वर्गे और कैप्टन वर्गे लीडरां ने, इन्हां ने हमेशा अपनी जट जमात नूं यही कहा भी रिजर्वेशन जिहड़ी आ ओह पी के असीं नहीं लेनी है। जे साडा गरीब किसान बेजमीना
ਘੱਟ ਜ਼ਮੀਨਾਂ ਵਾਲਾ ਕਿਸਾਨ ਇਹਨਾਂ ਦੇ ਮਗਰ ਨਾ ਲੱਗਦਾ, ਅਗਰ ਉਹ ਜਾਗਰੂਕ ਹੋ ਜਾਂਦਾ, ਉਹਨਾਂ ਨੂੰ ਆਪਣੇ ਫੰਡਾਮੈਂਟਲ ਅਧਿਕਾਰਾਂ ਦਾ ਪਤਾ ਲੱਗ ਜਾਂਦਾ, ਤੇ ਸਾਡੇ ਭਰਾ ਕਦੀ ਵੀ ਫਾਹੇ ਲੈ ਕੇ ਜਾਂ ਸਪਰੇਅ ਪੀ ਕੇ ਨਹੀਂ ਮਰਨੇ ਸੀ। ਸੋ ਵੀਰੋ, ਸਾਡੀ ਜਿੰਨੀ ਆਸਥਾ ਗੁਰਬਾਣੀ ਦੇ ਵਿੱਚ ਹੈ, ਸਾਨੂੰ ਖੁਦ ਨੂੰ ਗੁਰਬਾਣੀ ਖੁਦ ਪੜ੍ਹਨੀ ਚਾਹੀਦੀ ਹੈ। ਔਰ ਹੁਣ ਤੱਕ ਧਰਮ ਦਾ ਪ੍ਰਚਾਰ ਕਰਨ ਵਾਲੇ ਲੋਕਾਂ ਨੇ, ਉਹਨਾਂ ਨੇ ਵੀ ਸਿਰਫ ਡਾਲਰ ਇਕੱਠੇ ਕੀਤੇ ਆ ਦੇਸ਼ਾਂ ਵਿਦੇਸ਼ਾਂ ਦੀਆਂ ਧਰਤੀਆਂ ਦੇ ਉੱਤੇ ਜਾ ਕੇ। ਉਹਨਾਂ ਨੇ ਸਹੀ ਮਾਇਨੇ ਦੇ ਵਿੱਚ ਜੋ ਧਰਮ ਦਾ ਪ੍ਰਚਾਰ ਹੁੰਦਾ ਆ, ਜੋ ਜਾਤੀ ਵਿਤਕਰੇ ਹੁੰਦੇ ਆ, ਜਿਹਦੇ ਕਰਕੇ ਪਿੰਡਾਂ ਦੇ ਵਿੱਚ 2-2 3-3 ਗੁਰੂ ਘਰ ਨੇ ਔਰ 2-2 3-3 ਮੜੀਆਂ ਨੇ, ਸ਼ਮਸ਼ਾਨ ਘਾਟ ਨੇ। ਅਗਰ ਇਹਨਾਂ ਧਰਮ ਪ੍ਰਚਾਰਕਾਂ ਨੇ ਸਹੀ ਪ੍ਰਚਾਰ ਕੀਤਾ ਹੁੰਦਾ ਗੁਰਬਾਣੀ ਦਾ, ਤੇ ਮੇਰੇ ਖਿਆਲ ਦੇ ਨਾਲ ਸਿੱਖੀ ਦੀ ਅਸਲੀ ਫਿਲਾਸਫੀ ਸਾਡੇ ਸਮਝ ਆਉਣੀ ਸੀ। ਔਰ ਸਿੱਖੀ ਦੇ ਵਿੱਚ ਤੇ ਜਾਤ ਦੀ ਕੋਈ ਥਾਂ ਹੀ ਨਹੀਂ, ਤੇ ਇਸ ਕਰਕੇ ਸਾਡੇ ਵਿੱਚ ਕਦੀ ਊਚ ਨੀਚ ਨਹੀਂ ਹੋਣੀ ਸੀ, ਔਰ ਕਦੀ ਗੁਰੂ ਘਰ ਜਿਹੜੇ ਸੀ ਉਹ ਪਿੰਡਾਂ ਦੇ ਵਿੱਚ 2-2 3-3 ਨਹੀਂ ਹੋਣੇ ਸੀ। ਲੇਕਿਨ ਇਹਨਾਂ ਧਰਮ ਪ੍ਰਚਾਰਕਾਂ ਨੇ ਵੀ, ਇਹਨਾਂ ਨੇ ਸਿਰਫ ਡਾਲਰ ਇਕੱਠੇ ਕੀਤੇ ਆ, ਆਪਣੀਆਂ ਰੋਟੀਆਂ ਸੇਕੀਆਂ, ਲੇਕਿਨ ਇਹਨਾਂ ਨੇ ਕਦੀ ਦੁਨੀਆ ਦੇ ਸਾਹਮਣੇ ਸੱਚਾਈ ਨਹੀਂ ਲੈ ਕੇ ਆਂਦੀ, ਲੋਕਾਂ ਨੂੰ ਇੱਕ ਕਰਨ ਦੀ ਕੋਸ਼ਿਸ਼ ਨਹੀਂ ਕੀਤੀ। ਅਗਰ ਲੋਕਾਂ ਨੂੰ ਇੱਕ ਕੀਤਾ ਗਿਆ ਹੁੰਦਾ, ਤੇ ਮੈਂ ਦਾਅਵੇ ਦੇ ਨਾਲ ਕਹਿਣਾ ਕਿ ਜੋ ਸਾਡੀ ਸਿੱਖੀ ਦੇ ਵਿੱਚ ਵੀ ਵਿਤਕਰੇ ਹੋ ਰਹੇ ਨੇ, ਉਹ ਵਿਤਕਰੇ ਕਦੀ ਨਹੀਂ ਹੋਣੇ ਸੀ, ਕਦੀ ਗੁਰੂ ਘਰ ਅਲੱਗ-ਅਲੱਗ ਨਹੀਂ ਹੋਣੇ ਸੀਗੇ। ਸੋ ਮੈਂ ਆਪ ਜੀ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਕਿ ਆਪ ਜੀ ਨੇ ਅੱਜ ਤੱਕ ਹਮੇਸ਼ਾ ਸਾਥ ਦਿੱਤਾ, ਤੇ ਜਦੋਂ ਵੀ ਅਸੀਂ ਖੁਲਾਸਾ ਕਰਦੇ ਹਾਂ ਕਿਸੇ ਚੀਜ਼ ਦਾ, ਤੁਸੀਂ ਉਹਨੂੰ ਧਿਆਨ ਦੇ ਨਾਲ ਸਾਡੀਆਂ ਗੱਲਾਂ ਨੂੰ ਸੁਣਦੇ ਹੋ, ਉਹਨਾਂ ਨੂੰ ਅੱਗੇ ਵੀ ਸ਼ੇਅਰ ਕਰ ਦਿੰਦੇ ਹੋ। ਮੈਂ ਤੁਹਾਡਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ। ਤੁਸੀਂ ਵਾਕਈ ਦੇ ਵਿੱਚ ਜਾਗਦੀਆਂ ਜ਼ਮੀਨਾਂ ਵਾਲੇ ਹੋ। ਮੈਂ ਤੁਹਾਡਾ ਰਿਣੀ ਹਾਂ ਔਰ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ ਕਿ ਤੁਸੀਂ ਭਾਰਤ ਦੇ 85% ਲੋਕ ਡਾਕਟਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਸੰਵਿਧਾਨ ਨੂੰ ਪਿਆਰ ਕਰਦੇ ਹੋ, ਉਹਨੂੰ ਬਚਾਉਣਾ ਦੀ ਵਿਚਾਰਧਾਰਾ ਨੂੰ ਪਿਆਰ ਕਰਦੇ ਹੋ। ਉਹਨਾਂ 35 ਮਹਾਪੁਰਸ਼ਾਂ ਦੀ ਵਿਚਾਰਧਾਰਾ ਦੇ ਉੱਤੇ ਚੱਲ ਕੇ ਆਪਣੇ ਪੰਜਾਬ ਨੂੰ, ਆਪਣੇ ਦੇਸ਼ ਨੂੰ, ਆਪਣੇ ਭਾਰਤ ਨੂੰ ਤੁਸੀਂ ਖੁਸ਼ਹਾਲ ਬਣਾਉਣਾ ਚਾਹੁੰਦੇ ਹੋ। ਮੈਂ ਤੁਹਾਡਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ। ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਜਦੋਂ ਵੀ ਵੀਡੀਓ ਅਸੀਂ ਬਣਾਵਾਂਗੇ, ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਰਿਪਰੈਜ਼ੈਂਟੇਸ਼ਨ ਕਿਉਂ ਲੈ ਕੇ ਆਉਣੀ ਪਈ, ਅਸੀਂ ਉਹਦੇ ਖੁਲਾਸੇ ਕਰਾਂਗੇ ਆਉਣ ਵਾਲੇ ਸਮਿਆਂ ਦੇ ਵਿੱਚ। ਔਰ ਮੰਡਲ ਕਮਿਸ਼ਨ ਦਾ ਅਸੀਂ ਖੁਲਾਸਾ ਕਰਾਂਗੇ ਕਿ ਮੰਡਲ ਕਮਿਸ਼ਨ ਕਿਉਂ ਲਿਆਉਣਾ ਪਿਆ, ਉਹਦੀ ਕੀ ਜ਼ਰੂਰਤ ਪੈ ਗਈ ਸੀ। ਸੋ ਵੀਰੋ, ਸਾਡੀ 1585 ਦੀ ਲੜਾਈ ਹੈ। ਸਾਡੇ 35 ਮਹਾਪੁਰਸ਼ਾਂ ਨੇ ਬਰਾਬਰਤਾ ਦੇ ਲਈ, ਏਕਤਾ ਦੇ ਲਈ, ਉਹਨਾਂ ਨੇ ਸਾਨੂੰ 35 ਮਹਾਪੁਰਸ਼ਾਂ ਨੇ ਔਰ ਸਾਹਿਬ ਕਮਾਲ ਕਲਗੀਧਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਕਲਗੀਆਂ ਵਾਲੇ ਜੀ ਨੇ, ਉਹਨਾਂ ਨੇ ਆਪਣਾ ਪਰਿਵਾਰ ਵਾਰਿਆ। ਉਹਨਾਂ ਨੇ ਕਿਸ ਖਾਤਰ? ਕਿਉਂਕਿ ਉਹਨਾਂ ਨੇ ਸਾਨੂੰ ਸੰਗਤ, ਪੰਗਤ, ਬਾਟਾ, ਸਰੋਵਰ ਉਹ ਇੱਕ ਕਰਕੇ ਗਏ ਸੀ, ਔਰ ਸਿੱਖਣਾ ਸਾਡਾ ਧਰਮ ਬਣਾ ਕੇ ਗਏ ਸੀ, ਔਰ ਸਿੱਖਦੇ ਰਹਿਣਾ ਸਾਡਾ ਧਰਮ ਬਣਾ ਕੇ ਗਏ ਸੀ। ਇਹੀ ਸਿੱਖੀ ਹੈ ਔਰ ਇਹੀ ਸਾਡੀ ਸਿੱਖੀ ਦਾ ਫਲਸਫਾ ਹੈ। ਜਿਨ੍ਹਾਂ ਨੂੰ ਪੜ੍ਹਨ ਦਾ ਅਧਿਕਾਰ ਨਹੀਂ ਸੀ, ਸਾਡੇ 35 ਮਹਾਪੁਰਸ਼ਾਂ ਨੇ ਕਿਹਾ, ਓਏ ਸਿੱਖ ਬਣ ਜਾਓ ਤੇ ਹੁਣ ਸਿੱਖਦੇ ਰਹੋ, ਸਿੱਖਦੇ ਰਹੋ, ਇਹੀ ਤੁਹਾਡਾ ਧਰਮ ਹੈ। ਸਿੱਖਦੇ ਰਹਿਣਾ, ਅੱਗੇ ਵੱਧਦੇ ਰਹਿਣਾ, ਪੜ੍ਹਦੇ ਰਹਿਣਾ, ਇਹੀ ਤੁਹਾਡਾ ਧਰਮ ਹੈ। ਸੋ ਸਾਡਾ ਸਿੱਖ ਧਰਮ ਜੋ ਹੈ ਉਹ ਸਾਡੇ 35 ਮਹਾਪੁਰਸ਼ਾਂ ਦਾ ਸੰਘਰਸ਼ ਔਰ ਸਾਹਿਬ ਕਮਾਲ ਕਲਗੀਧਰ ਪਿਤਾ ਜੀ ਨੇ ਊਚ ਨੀਚ ਨੂੰ ਖਤਮ ਕਰਨ ਦੇ ਲਈ ਬਰਾਬਰਤਾ ਦੀ ਗੱਲ ਕੀਤੀ ਹੈ। ਸਾਡੇ 35 ਮਹਾਪੁਰਸ਼ਾਂ ਨੇ ਬਰਾਬਰਤਾ ਦੀ ਗੱਲ ਕੀਤੀ ਹੈ। ਉਹਨਾਂ ਨੇ ਸਾਨੂੰ ਇੱਕ ਕਰਨ ਦੀ ਕੋਸ਼ਿਸ਼ ਕੀਤੀ ਹੈ। ਸੋ ਸਾਨੂੰ ਸੰਗਤ ਜੀ ਇੱਕ ਹੋਣਾ ਪੈਣਾ ਆ। ਭਾਰਤ ਦੇ 85% ਲੋਕਾਂ ਨੂੰ ਇੱਕ ਹੋਣਾ ਪੈਣਾ ਆ, ਤੇ ਸਾਨੂੰ ਆਪਣੇ ਅਸਲੀ ਦੁਸ਼ਮਣਾਂ ਨੂੰ ਪਹਿਚਾਨਣਾ ਪੈਣਾ ਆ, ਉਹਨਾਂ ਦਾ ਬਾਈਕਾਟ ਕਰਨਾ ਪੈਣਾ ਆ। 2022 ਦੇ ਵਿੱਚ ਅਗਰ ਤੁਸੀਂ ਆਪਣੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ, ਅਗਰ ਤੁਸੀਂ ਆਪਣੇ ਪੰਜਾਬ ਨੂੰ ਬਚਾਉਣਾ ਚਾਹੁੰਦੇ ਹੋ, ਤੇ ਵੀਰੋ ਮੈਂ ਤੁਹਾਨੂੰ ਇੱਕ ਬੇਨਤੀ ਕਰਨਾ ਚਾਹੁੰਦਾ ਆ, ਇੱਕ ਹੋ ਜਾਈਏ ਆਪਾਂ, ਪੰਜਾਬ ਬਚਾਉਣਾ ਆ। ਤੁਸੀਂ ਹੁਣ ਜੋ ਪੰਜਾਬ ਦੇ ਵਿੱਚ ਹਾਲਾਤ ਚੱਲ ਰਹੇ ਨੇ, ਤੁਸੀਂ ਕਹਿੰਦੇ ਹੋ ਵੀ ਹਰੀ ਸਿੰਘ ਨਲੂਏ ਵਰਗਾ ਦੁਬਾਰਾ ਆਉਣਾ ਚਾਹੀਦਾ ਆ, ਭਗਤ ਸਿੰਘ, ਰਾਜਗੁਰੂ, ਸੁਖਦੇਵ ਥਾਪਰ ਵਰਗਾ ਲੋਕ ਦੁਬਾਰਾ ਆਉਣੇ ਚਾਹੀਦੇ ਆ। ਵੀਰੋ ਉਹਨਾਂ ਨੇ ਨਹੀਂ ਦੁਬਾਰਾ ਆਉਣਾ, ਉਹ ਜਿਹੜੀਆਂ ਲੀਆਂ ਖਿੱਚ ਗਏ ਆ। ਸਾਨੂੰ ਭਾਰਤ ਦੇ 85% ਲੋਕਾਂ ਨੂੰ ਜਾਗਰੂਕ ਹੋ ਕੇ ਉਹਨਾਂ ਰਾਹਾਂ ਦੇ ਉੱਤੇ ਤੁਰਨਾ ਪੈਣਾ ਆ। ਅੱਜ ਤੁਸੀਂ ਇੱਕ ਗੱਲ ਹੋਰ ਇੱਥੇ ਕਰਨਾ ਚਾਹੁੰਦਾ ਮੈਂ, ਅੱਜ ਤੁਸੀਂ ਕੋਈ ਵੀ ਅਖਬਾਰ ਚੁੱਕ ਕੇ ਦੇਖ ਲਓ, ਅਸੀਂ ਉਹਦਾ ਗੱਲ ਕਰਦੇ ਹਾਂ ਵੀ ਸਿੱਖੀ ਦੇ ਵਿੱਚ ਵਿਤਕਰਾ ਹੈ ਨਹੀਂ, ਲੇਕਿਨ ਅਖਬਾਰ ਚੁੱਕ ਕੇ ਦੇਖ ਲਓ, ਜਦੋਂ ਅਸੀਂ ਆਪਣੇ ਧੀਆਂ ਪੁੱਤਾਂ ਦੇ ਰਿਸ਼ਤੇ ਕਰਦੇ ਹਾਂ, ਉਦੋਂ ਅਸੀਂ ਜਾਤ ਦੇ ਆਧਾਰ ਦੇ ਉੱਤੇ ਰਿਸ਼ਤੇ ਕਰਦੇ ਹਾਂ। ਮੈਂ ਬੜਾ ਦੁਖੀ ਹੋਇਆ ਇੱਕ ਵਾਰੀ ਅਖਬਾਰ ਪੜ੍ਹ ਕੇ,
ਉਹਦੇ ਵਿੱਚ ਲਿਖਿਆ ਹੁੰਦਾ ਆ ਵੀ ਖੱਤਰੀ ਸਿੱਖ ਅਸੀਂ ਗੱਲਾਂ ਕਰਦੇ ਆ ਵੀ ਨਹੀਂ ਸਿੱਖੀ ਦੇ ਵਿੱਚ ਕੋਈ ਜਾਤ ਪਾਤ ਹੈ ਨਹੀਂ। ਮੈਂ ਸਵਾਲ ਪੁੱਛਣਾ ਚਾਹੁੰਦਾ ਇਹਨਾਂ ਧਰਮ ਦੇ ਪ੍ਰਚਾਰਕਾਂ ਨੂੰ, ਇਹ ਧਰਮ ਦੇ ਠੇਕੇਦਾਰ ਇਹ ਕਹਿੰਦੇ ਆ ਵੀ ਵਿਤਕਰਾ ਹੈ ਨਹੀਂ, ਸਿੱਖੀ ਦੇ ਵਿੱਚ ਨਹੀਂ ਆ। ਫਿਰ ਮੈਂ ਇਹਨਾਂ ਨੂੰ ਪੁੱਛਣਾ ਚਾਹੁੰਦਾ ਆ ਕਰਦੇ ਨੇ ਇਹ ਫਿਰ ਜਾਤ ਦੇ ਆਧਾਰ ਫਿਰ ਉਸ ਟਾਈਮ ਦੇ ਉੱਤੇ ਕਿਉਂ ਨਹੀਂ ਸਿੱਖੀ ਸਿਧਾਂਤਾਂ ਨੂੰ ਮੰਨਦੇ? ਉਸ ਟਾਈਮ ਦੇ ਉੱਤੇ ਕਿਉਂ ਨਹੀਂ ਇਸ ਸਿਰ ਦੇ ਉੱਤੇ ਦਸਤਾਰ ਬੰਨੀ ਉਹਦੇ ਨਾਲ ਇਹਨਾਂ ਦੇ ਧੀਆਂ ਪੁੱਤਾਂ ਦੇ ਰਿਸ਼ਤੇ ਕਰਨੇ ਚਾਹੀਦੇ ਆ? ਅਗਰ ਇਹ ਆਪਣੇ ਧੀਆਂ ਪੁੱਤਾਂ ਪ੍ਰਚਾਰ ਤੇ ਕਰਦੇ ਆ ਧਰਮ ਦੇ ਨਾਂ ਦੇ ਉੱਤੇ, ਸਿੱਖੀ ਦਾ ਪ੍ਰਚਾਰ ਕਰਦੇ ਆ, ਲੇਕਿਨ ਉਹ ਪ੍ਰਚਾਰ ਸਿਰਫ ਡਾਲਰ ਇਕੱਠੇ ਕਰਨ ਵਾਸਤੇ, ਮਾਇਆ ਇਕੱਠੀ ਕਰਨ ਵਾਸਤੇ ਔਰ ਆਪਣੀਆਂ ਰੋਟੀਆਂ ਸਿੱਖਣ ਵਾਸਤੇ ਪ੍ਰਚਾਰ ਕਰਦੇ ਆ। ਵੀਰੋ ਅਗਰ ਇਹ ਵਾਕਿਆ ਦੇ ਵਿੱਚ ਸਿੱਖੀ ਨੂੰ ਵਧਾਉਣਾ ਚਾਹੁੰਦੇ ਆ, ਸਿੱਖੀ ਕਹਿੰਦੇ 2% ਆ, ਸਿੱਖੀ 2% ਨਹੀਂ ਆ, ਅੱਜ ਵੀ ਸਿੱਖੀ 17% ਆ। ਲੇਕਿਨ ਇਹਨਾਂ ਧਰਮ ਪ੍ਰਚਾਰਕਾਂ ਨੇ ਕਦੀ ਇਹ ਪ੍ਰਚਾਰ ਨਹੀਂ ਕੀਤਾ ਵੀ ਜਿਹੜੇ ਮਜ਼੍ਹਬੀ ਸਿੱਖ ਨੇ ਉਹਨਾਂ ਦੀਆਂ ਕੀ ਸ਼ਹਾਦਤਾਂ ਹਨ, ਉਹਨਾਂ ਦੀਆਂ ਕੀ ਕੁਰਬਾਨੀਆਂ ਹਨ। ਮਜ਼੍ਹਬੀ ਸਿੱਖ ਜੋ ਕਿ ਮਜ਼ਹਬ ਦੇ ਪੱਕੇ ਨੂੰ ਕਿਹਾ ਜਾਂਦਾ ਆ, ਲੇਕਿਨ ਉਸ ਨੂੰ ਇੱਕ ਜਾਤ ਬਣਾ ਕੇ ਰੱਖ ਦਿੱਤਾ ਆ। ਇਸ ਮਾਰਸ਼ਲ ਕੌਮ ਜਿਸ ਨੇ ਸਾਥ ਦਿੱਤਾ ਕਲਗੀਧਰ ਪਿਤਾ ਜੀ ਦਾ, 13 ਜੰਗਾਂ ਬਿਬਰਵਾਦੀ ਲੋਕਾਂ ਦੇ ਨਾਲ ਲੜੀਆਂ ਬੇਗਮਪੁਰਾ ਖਾਲਸਾ ਰਾਜ ਬਣਾਉਣ ਵਾਸਤੇ, ਅੱਜ ਇਹਨਾਂ ਦੇ ਗੁਰੂ ਘਰ ਜਿਹੜੇ ਨੇ ਪਿੰਡਾਂ ਦੇ ਵਿੱਚ ਉਹ ਅਲੱਗ ਕੀਤੇ ਜਾਂਦੇ ਆ। ਸ਼ਮਸ਼ਾਨ ਮੜੀਆਂ ਜਿਹੜੀਆਂ ਨੇ ਉਹ ਅਲੱਗ-ਅਲੱਗ ਕੀਤੀਆਂ ਜਾਂਦੀਆਂ। ਕਿਉਂ ਨਹੀਂ ਫਿਰ ਇਹਨਾਂ ਦੇ ਬੱਚਿਆਂ ਦੇ ਨਾਲ, ਪੜ੍ਹੇ ਲਿਖੇ ਬੱਚਿਆਂ ਦੇ ਨਾਲ ਪੁੱਤਾਂ ਦੇ ਰਿਸ਼ਤੇ ਕਰਦੇ ਤੇ ਉਹਨਾਂ ਦੇ ਨਾਲ ਕਿਉਂ ਨਹੀਂ ਵਿਆਹ ਕਰਦੇ? ਇਸ ਕਰਕੇ ਕਿਉਂਕਿ ਇਹ ਮਾਇਆ ਤੇ ਇਕੱਠੀ ਕਰ ਰਹੇ ਆ, ਰੋਟੀਆਂ ਤੇ ਸੇਕ ਰਹੇ ਆ ਧਰਮ ਦੇ ਨਾਂ ਦੇ ਉੱਤੇ, ਸਿੱਖੀ ਦੇ ਨਾਂ ਦੇ ਉੱਤੇ, ਸਿੱਖੀ ਦੇ ਪ੍ਰਚਾਰ ਦੇ ਨਾਂ ਦੇ ਉੱਤੇ। ਲੇਕਿਨ ਜਦੋਂ ਆਉਂਦੀ ਆ ਵਿਆਹ ਸ਼ਾਦੀਆਂ ਦੀ ਗੱਲ, ਉਦੋਂ ਇਹ ਆਪਣੀ ਜਾਤ ਦਾ ਬੰਦਾ ਲੱਭ ਕੇ ਫੇਰ ਕਰਦੇ ਆ। ਸੋ ਸਾਨੂੰ ਇਹਨਾਂ ਧਰਮ ਪ੍ਰਚਾਰਕਾਂ ਦੇ ਇਹਨਾਂ ਦੀ ਸੋਚ ਨੂੰ ਵੀ ਇਹਨਾਂ ਦੀ ਸੋਚ ਕੀ ਹੈ? ਕਿਆ ਵਾਕਿਆ ਦੇ ਵਿੱਚ ਸਿੱਖੀ ਦਾ ਪ੍ਰਚਾਰ ਕਰ, ਵਾਕਿਆ ਦੇ ਵਿੱਚ ਧਰਮ ਦਾ ਪ੍ਰਚਾਰ ਕਰ ਰਹੇ ਆ? ਸੋ ਸਾਨੂੰ ਇਹਨਾਂ ਦੀ ਪਹਿਚਾਣ ਕਰਨੀ ਪੈਣੀ ਆ, ਸਾਨੂੰ ਉਹਨਾਂ ਲੀਡਰਾਂ ਦੀ ਪਹਿਚਾਣ ਕਰਨੀ ਪੈਣੀ ਆ। ਮੈਨੂੰ ਸੈਂਕੜੋ ਹਜ਼ਾਰਾਂ ਦੇ ਹਿਸਾਬ ਦੇ ਨਾਲ ਫੋਨ ਆ ਰਹੇ ਆ, ਮੈਨੂੰ ਬਹੁਤ ਸਾਰੇ ਇਹਨਾਂ ਗਦਾਰ ਲੀਡਰਾਂ ਦੇ ਜਿਹੜੇ ਚੇਲੇ ਚਪਾਟੇ ਨੇ ਉਹ ਵੀ ਫੋਨ ਕਰ ਰਹੇ ਆ ਵੀ ਜੇ ਲੀਡਰਾਂ ਦੇ ਕੋਲੋਂ ਗਲਤੀ ਹੋ ਗਈ ਆ, ਉਹਨਾਂ ਨੇ ਨਹੀਂ ਖੁੱਲ ਕੇ ਪ੍ਰਚਾਰ ਕੀਤਾ, ਤੇ ਤੂੰ ਹੁਣ ਖੁਲਾਸਾ ਕਰਕੇ ਤੇ ਕਿਉਂ ਪਾੜਾ ਪਾ ਰਿਹਾ? ਸਿੱਖ ਸੰਗਤ ਜੀ ਔਰ ਮੇਰੇ ਭਾਰਤ ਦੇ ਮੂਲ ਨਿਵਾਸੀਓ, ਮੈਂ ਕੋਈ ਪਾੜਾ ਨਹੀਂ ਪਾ ਰਿਹਾ। ਮੈਂ ਆਰਟੀਕਲ 25(2)(b) ਦਾ ਖੁਲਾਸਾ ਕੀਤਾ ਆ, ਜੋ ਖੁਲਾਸਾ ਇਹਨਾਂ ਸਿੱਖ ਪ੍ਰਚਾਰਕਾਂ ਨੂੰ ਕਰਨਾ ਚਾਹੀਦਾ ਸੀ, ਜੋ ਇਹਨਾਂ ਧਰਮ ਦੇ ਠੇਕੇਦਾਰਾਂ ਨੂੰ ਕਰਨਾ ਚਾਹੀਦਾ ਸੀ, ਜੋ ਸਿੱਖਾਂ ਦੇ ਲੀਡਰਾਂ ਨੂੰ ਜੋ ਪ੍ਰਚਾਰ ਕਰਨਾ ਚਾਹੀਦਾ ਸੀ, ਤਾਂ ਕਿ ਸਾਡੇ ਜਿਹੜੇ ਹੁਣ ਤੱਕ ਲੱਖਾਂ ਸਿੰਘ ਸ਼ਹੀਦ ਹੋਏ ਨੇ, ਸਾਡੇ ਲੱਖਾਂ ਮਾਵਾਂ ਦੇ ਪੁੱਤ ਮਰ ਚੁੱਕੇ ਨੇ, ਉਹ ਨਾ ਮਰਦੇ। ਜੇ ਇਹ ਮੇਰੇ ਵਾਲੀ ਜੋ ਇਹਨਾਂ ਦੀ ਜ਼ਿੰਮੇਵਾਰੀ ਸੀ, ਉਹ ਰੰਗਰੇਟਾ ਡਾਕਟਰ ਗੁਰਿੰਦਰ ਸਿੰਘ ਖਾਲਸਾ ਬਣਨ ਤੋਂ ਬਾਅਦ ਇਹਨਾਂ ਵਾਲੀ ਜ਼ਿੰਮੇਵਾਰੀ ਉਸ ਨੂੰ ਹੁਣ ਦਾਸ ਰੰਗਰੇਟਾ ਡਾਕਟਰ ਗੁਰਿੰਦਰ ਸਿੰਘ ਖਾਲਸਾ। ਸੋ ਆਪ ਜੀ ਦੇ ਸਾਥ ਦੀ ਜ਼ਰੂਰਤ ਹੈ, ਸਾਨੂੰ ਆਪਣੇ ਲੋਕਾਂ ਨੂੰ ਜਗਾਉਣ ਦੀ ਜ਼ਰੂਰਤ ਹੈ। ਮੈਂ ਆਪਣੇ ਕਿਸਾਨ ਵੀਰਾਂ ਨੂੰ ਕਹਿਣਾ ਚਾਹੁੰਦਾ ਹਾਂ, ਕਿਸਾਨ ਵੀਰੋ, ਤੁਸੀਂ ਕਹਿੰਦੇ ਹੋ ਕਿ ਡਾਕਟਰ ਰੰਗਰੇਟਾ ਡਾਕਟਰ ਗੁਰਿੰਦਰ ਸਿੰਘ ਖਾਲਸਾ ਜਾਤਾਂ ਦੀ ਗੱਲ ਕਰਦਾ, ਮੈਂ ਜਾਤਾਂ ਦੀ ਗੱਲ ਨਹੀਂ ਕਰਦਾ, ਮੈਂ ਸਿੱਖੀ ਦੀ ਗੱਲ ਕਰਦਾ, ਬਾਬਾ ਨਾਨਕ ਜੀ ਦੀ ਸੋਚ ਦੀ ਗੱਲ ਕਰਦਾ, 35 ਮਹਾਪੁਰਸ਼ਾਂ ਦੀ ਸੋਚ ਦੀ ਗੱਲ ਕਰਦਾ। ਸੋ ਮੈਂ ਜਾਤਾਂ ਪਾਤਾਂ ਦੀ ਗੱਲ ਨਹੀਂ ਕਰਦਾ, ਅਸੀਂ ਜਾਤਾਂ ਨੂੰ ਬਿਲਕੁਲ ਨਹੀਂ ਮੰਨਦੇ। ਮੈਂ ਇੱਥੇ ਉਹ ਸ਼ਬਦ ਫਿਰ ਦੁਹਰਾਉਣਾ ਚਾਹੁੰਦਾ ਹਾਂ ਜੋ ਗੁਰਬਾਣੀ ਦੇ ਵਿੱਚ ਸਾਡੇ ਬਾਬਾ ਨਾਨਕ ਜੀ ਜੋ ਯਾਰ ਗਰੀਬਾਂ ਦਾ ਸੀ, ਉਹਨਾਂ ਨੇ ਜੋ ਲਿਖੇ ਨਾ, ਉਹਨਾਂ ਨੇ ਲਿਖਿਆ ਹੈ, ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ, ਨਾਨਕ ਤਿਨਕੇ ਸੰਗ ਸਾਥ, ਵੱਡਿਓ ਸਿਉ ਕੀ ਰੀਸ। ਨਾਨਕ ਸਾਹਿਬ ਇਹਨਾਂ ਪੰਕਤੀਆਂ ਦੇ ਵਿੱਚ ਕੀ ਕਹਿ ਰਹੇ ਨੇ? ਨਾਨਕ ਸਾਹਿਬ ਉਹਨਾਂ ਨੂੰ ਨੀਚ ਕਹਿ ਰਹੇ ਆ ਜਿਨ੍ਹਾਂ ਨੇ ਇਹ ਵਰਨ ਵਿਵਸਥਾ ਬਣਾਈ ਆ, ਜਿਨ੍ਹਾਂ ਨੇ ਜਾਤੀ ਵਿਵਸਥਾ ਬਣਾਈ ਆ, ਉਹਨਾਂ ਨੂੰ ਕਹਿ ਰਿਹਾ ਵੀ ਨੀਚਾ, ਉਹਨਾਂ ਨੂੰ ਨੀਚ ਕਿਹਾ। ਔਰ ਨੀਚਾ ਅੰਦਰ ਨੀਚ ਜਾਤ, ਨੀਚ ਜਾਤ ਕੌਣ ਨੇ? ਜਿਨ੍ਹਾਂ ਨੇ ਬਿਪਰ ਦੀ ਗੁਲਾਮੀ ਸਵੀਕਾਰ ਕਰਕੇ ਆਪਣੀਆਂ ਜਾਤਾਂ ਨੂੰ ਕਬੂਲ ਕਰ ਰਿਹਾ, ਆਪਣੀਆਂ ਜਾਤਾਂ ਨੂੰ ਕਬੂਲ ਕਰਕੇ ਔਰ ਖੁਸ਼ ਹੋ ਕੇ ਆਪਣੀ ਆਪਣੀ ਜਾਤ ਦੇ ਡਫਲੀਆਂ ਵਜਾ ਰਹੇ ਆ ਔਰ ਖੁਸ਼ ਹੋ ਕੇ ਗਾਣੇ ਬਣਾ ਰਹੇ ਆ ਕਿ ਅਸੀਂ ਆਹ ਜਾਤ ਦੇ ਆ। ਉਹ ਆਪਣੀਆਂ ਜਾਤਾਂ ਨੂੰ ਕਬੂਲ ਕਰ ਰਹੇ ਆ। ਨੀਚਾ ਅੰਦਰ ਨੀਚ ਜਾਤ, ਨੀਚੀ ਹੂੰ ਅਤ ਨੀਚ। ਬਿਪਰ ਦੁਆਰਾ ਜਿਨ੍ਹਾਂ ਨੂੰ ਅੱਤ ਦੇ ਨੀਚ ਕਹਿ ਕੇ, ਅਨਟੱਚੇਬਲ ਸ਼ੂਦਰ ਕਹਿ ਕੇ ਜਿਨ੍ਹਾਂ ਨੂੰ ਪਿੱਟਿਆ ਜਾਂਦਾ ਰਿਹਾ, ਲੇਕਿਨ ਬਾਬਾ ਨਾਨਕ ਜੀ ਕਹਿੰਦੇ ਨੇ ਉਹ ਅੱਤ ਦੇ ਨੀਚ ਜੋ ਬਿਪਰ ਜਿਨ੍ਹਾਂ ਨੂੰ ਅੱਤ ਦੇ ਨੀਚ ਕਹਿੰਦਾ ਆ, ਉਹਨਾਂ ਨੂੰ, ਕਿਉਂਕਿ
ਉਹਨਾਂ ਨੇ ਵਿਪਰ ਦੀ ਗੁਲਾਮੀ ਸਵੀਕਾਰ ਨਹੀਂ ਕੀਤੀ, ਉਹਨਾਂ ਨੇ ਆਪਣੀਆਂ ਜਾਤਾਂ ਨੂੰ ਸਵੀਕਾਰ ਨਹੀਂ ਕੀਤਾ। ਬਾਬਾ ਨਾਨਕ ਜੀ ਕਹਿੰਦੇ ਨੇ ਵਿਪਰ ਦੀ ਨਜ਼ਰ 'ਚ ਜੋ ਅੱਤ ਦੇ ਨੀਚ ਨੇ, ਅਨਟੱਚੇਬਲ ਸ਼ੂਦਰ ਨੇ, ਬਾਬਾ ਨਾਨਕ ਜੀ ਕਹਿੰਦੇ ਆ ਮੈਂ ਉਹਨਾਂ ਅੱਤ ਦੇ ਨੀਚਾਂ ਦੇ ਨਾਲ ਆ ਜਿਨ੍ਹਾਂ ਨੇ ਕਦੀ ਆਪਣੀ ਜਾਤ ਨੂੰ ਮੰਨਿਆ ਹੀ ਨਹੀਂ ਔਰ ਵਿਪਰ ਦੀ ਗੁਲਾਮੀ ਸਵੀਕਾਰ ਨਹੀਂ ਕੀਤੀ ਔਰ ਵਿਪਰ ਦਾ ਵਿਰੋਧ ਕੀਤਾ, ਵਿਪਰ ਦੀ ਸੋਚ ਦਾ ਵਿਰੋਧ ਕੀਤਾ। ਸੋ ਸੰਗਤ ਜੀ, ਮੈਨੂੰ ਬਹੁਤ ਸਾਰੇ ਲੀਡਰਾਂ ਦੇ ਚੇਲੇ ਚਪਾਟਿਆਂ ਦੇ ਫੋਨ ਆ ਰਹੇ ਆ ਕਿ ਤੁਸੀਂ ਕਿਉਂ ਜੇ ਲੀਡਰਾਂ ਨੇ ਜੇ ਗੱਲ ਉਹਨਾਂ ਦੇ ਕੋਲੋਂ ਗਲਤੀ ਹੋ ਗਈ, ਉਹਨਾਂ ਨੇ ਜੇ ਖੁੱਲ ਕੇ ਨਹੀਂ ਬੋਲੇ ਤੇ ਤੁਸੀਂ ਕਿਉਂ ਹੁਣ ਇਹ ਕਰ ਰਹੇ ਹੋ, ਪਾੜਾ ਪਾ ਰਹੇ ਹੋ। ਤੇ ਮੈਂ ਉਹਨਾਂ ਨੂੰ ਇਹ ਗੱਲ ਕਹੀ ਕਿ ਮੈਂ ਖੁਲਾਸਾ ਕਰ ਰਿਹਾ ਜੋ ਸਾਡੀਆਂ ਸਿੱਖ ਸੰਗਤਾਂ ਨੂੰ ਗੁੰਮਰਾਹ ਕੀਤਾ ਗਿਆ ਆਰਟੀਕਲ 25(2)B ਨੂੰ ਲੈ ਕੇ ਮੈਂ ਉਹਦਾ ਖੁਲਾਸਾ ਕਰ ਰਿਹਾ ਹਾਂ, ਉਹ ਦੁਨੀਆ ਦੇ ਸਾਹਮਣੇ ਪੇਸ਼ ਕਰ ਰਿਹਾ। ਤੇ ਉਹ ਮੈਨੂੰ ਕਹਿ ਰਹੇ ਨੇ ਕਿ ਤੂੰ ਹੁਣ ਚੁੱਪ ਹੋ ਜਾ। ਮੈਨੂੰ ਕਈ ਤਰ੍ਹਾਂ ਦੀਆਂ ਧਮਕੀਆਂ ਵੀ ਆ ਰਹੀਆਂ, ਬਟ ਮੈਂ ਸੱਚ ਦੇ ਰਾਹ ਦੇ ਉੱਤੇ, ਕਿਉਂਕਿ ਜਦੋਂ ਮੈਂ ਇਹ ਬਾਣਾ ਪਾਲਿਆ ਸਾਹਿਬੇ ਕਮਾਲ ਕਲਗੀਧਰ ਪਿਤਾ ਜੀ ਦੁਆਰਾ ਦਿੱਤੀ ਹੋਈ ਇਹ ਕਿਰਪਾਨ ਹਾਸਲ ਕਰ ਲਈ ਹੈ, ਮੈਂ ਜਦੋਂ ਖਾਲਸਾ ਬਣ ਗਿਆ, ਸਿੰਘ ਸਜ ਗਿਆ, ਤੇ ਮੇਰਾ ਫਰਜ਼ ਬਣਦਾ ਹੈ ਨੂੰ ਜਿਹਦੀ ਵਜ੍ਹਾ ਕਰਕੇ ਸਾਡੇ ਲੱਖਾਂ ਸਿੰਘ ਸ਼ਹੀਦ ਹੋਏ ਆ। ਜਰਨੈਲ ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵਾਲੇ ਜਿਨ੍ਹਾਂ ਨੇ ਬੇਗਮ ਵਾਸਤੇ ਸ਼ਹਾਦਤ ਦਾ ਜਾਮ ਪੀਤਾ, ਉਹਨਾਂ ਨੇ ਉਹ ਕਿਸੇ ਜਾਤ ਨਾਲ ਸੰਬੰਧਿਤ ਨਹੀਂ ਸਨ, ਉਹ ਗੁਰੂ ਦੇ ਖਾਲਸੇ ਸਨ ਔਰ ਉਹਨਾਂ ਨੇ ਬੇਗਮਪੁਰਾ ਖਾਲਸਾ ਰਾਜ ਜੋ ਪਿਛਲੇ ਸੈਂਕੜੋਂ ਸਾਲਾਂ ਤੋਂ ਹਜ਼ਾਰਾਂ ਸਾਲਾਂ ਤੋਂ ਸਾਡੇ 35 ਮਹਾਂਪੁਰਸ਼ਾਂ ਨੇ ਜਿਹਦੇ ਲਈ ਸੰਘਰਸ਼ ਕੀਤਾ, ਸੰਤ ਜਰਨੈਲ ਸਿੰਘ ਖਾਲਸਾ ਜੀ ਭਿੰਡਰਾਂ ਵਾਲਿਆਂ ਨੇ ਬੇਗਮਪੁਰਾ ਖਾਲਸਾ ਰਾਜ ਖਾਲਿਸਤਾਨ ਬਣਾਉਣ ਵਾਸਤੇ ਸ਼ਹਾਦਤ ਦਾ ਜਾਮ ਪੀਤਾ। ਬੇਗਮਪੁਰਾ ਖਾਲਸਾ ਰਾਜ ਜੋ ਹੈ ਉਹ ਸਾਡੇ 35 ਮਹਾਂਪੁਰਸ਼ਾਂ ਦੀ ਸੋਚ ਹੈ। ਖਾਲਿਸਤਾਨ ਤੇ ਬੇਗਮਪੁਰਾ ਖਾਲਸਾ ਰਾਜ ਦੇ ਵਿੱਚ ਕੋਈ ਫਰਕ ਨਹੀਂ ਹੈ, ਇਹ ਕੋਈ ਅਲੱਗ-ਅਲੱਗ ਨਹੀਂ ਹੈ, ਇਹ ਇੱਕ ਸੋਚ ਦੀ ਲੜਾਈ ਹੈ। ਬੇਗਮਪੁਰਾ ਖਾਲਿਸਤਾਨ ਇੱਕ ਸੋਚ ਹੈ, ਇਸ ਨੂੰ ਅਸੀਂ ਜਗ੍ਹਾ ਦੀ ਲੜਾਈ ਨਾ ਬਣਾਈਏ ਕਿ ਇੰਨੀ ਕਿ ਜਗ੍ਹਾ ਅਸੀਂ ਲੈ ਕੇ ਤੇ ਅਸੀਂ ਰਾਜ ਕਰੀਏ। ਅਸੀਂ ਬੇਗਮਪੁਰਾ ਖਾਲਸਾ ਰਾਜ ਆਪਣੇ ਗੁਰੂਆਂ ਦੀ ਸੋਚ ਜਿਹੜੀ ਹੈ ਉਸ ਸੋਚ ਦੇ ਉੱਤੇ ਪਹਿਰਾ ਦੇਣਾ ਹੈ। ਇਹਨਾਂ ਗਦਾਰ ਲੀਡਰਾਂ ਦੇ ਚੇਲੇ ਕਰ ਰਹੇ ਆ 25(2)B ਦੇ ਉੱਤੇ ਬਿਲਕੁਲ ਨਹੀਂ ਬੋਲਣਾ ਤੇ ਵਾਹ ਕੀਤੇ ਬਿਨਾ ਮੈਂ ਆਉਣ ਵਾਲੇ ਸਮੇਂ ਦੇ ਵਿੱਚ ਆਖਰੀ ਸਮਾਂ ਤੱਕ ਡਾਕਟਰ ਗੁਰਿੰਦਰ ਸਿੰਘ ਭਾਰਤ ਦੇ ਸੰਵਿਧਾਨ ਔਰ ਸਿੱਖੀ 35 ਮਹਾਂਪੁਰਸ਼ਾਂ ਦੀ ਸੋਚ ਦੀ ਗੱਲ ਕਰਦਾ ਰਹੇਗਾ ਔਰ ਆਖਰੀ ਸਮਾਂ ਤੱਕ ਮੈਂ ਆਪਣੇ 35 ਮਹਾਂਪੁਰਸ਼ਾਂ ਦੀ ਸੋਚ ਦੇ ਉੱਤੇ ਪਹਿਰਾ ਦੇਵਾਂਗਾ, ਉਹਨਾਂ ਦੀ ਸੋਚ ਤੇ ਪਹਿਰਾ ਦਿੰਦਾ ਹੋਇਆ ਅੱਗੇ ਵਧਾਂਗਾ ਔਰ ਭਾਰਤ ਦੇ ਸੰਵਿਧਾਨ ਨੂੰ ਵੀ ਅਸੀਂ ਬਚਾਉਣਾ ਹੈ ਔਰ ਭਾਰਤ ਦੇ ਸੰਵਿਧਾਨ ਅਗਰ ਬਚੇਗਾ ਤੇ ਉਹਦੇ ਤਾਂ ਹੀ ਸਾਨੂੰ ਸੁੱਖ ਦਾ ਸਾਹ ਆ ਸਕਦਾ। ਸੋ ਇਹਨਾਂ ਗਦਾਰ ਲੀਡਰਾਂ ਨੇ ਗੁੰਮਰਾਹ ਕਰਕੇ ਸਿੱਖਾਂ ਨੂੰ ਉਹਨਾਂ ਦੇ ਕੋਲੋਂ ਆਰਟੀਕਲ 25(2)B ਦੇ ਜੋ ਗੁੰਮਰਾਹ ਕੀਤਾ ਹੋਇਆ ਸੀਗਾ ਕਿ ਤੁਹਾਨੂੰ ਸਿੱਖਾਂ ਨੂੰ ਸੰਵਿਧਾਨ ਦੇ ਵਿੱਚ ਹਿੰਦੂਆਂ ਦਾ ਇੱਕ ਹਿੱਸਾ ਲਿਖਿਆ ਗਿਆ ਆ, ਉਹ ਗੁੰਮਰਾਹ ਹੋਏ ਸਿੱਖਾਂ ਨੇ ਉਹਨਾਂ ਨੇ ਉਹ ਆਰਟੀਕਲ 25(2)B ਦੇ ਭੁਲੇਖੇ ਦੇ ਵਿੱਚ ਗੁੰਮਰਾਹ ਹੋ ਕੇ ਕਈ ਵਾਰੀ ਸੰਵਿਧਾਨ ਦੀਆਂ ਕਾਪੀਆਂ ਸਾੜੀਆਂ। ਮੇਰੇ ਪੇਜ ਦੇ ਉੱਤੇ ਮੈਂ ਇੱਕ ਵੀਡੀਓ ਪਾਈ ਆ ਕੱਲ, ਬੜੀ ਖੁਸ਼ੀ ਹੋਈ ਆ ਕਿ ਗਿੱਲਾਂ ਪਿੰਡ ਲੁਧਿਆਣੇ ਤੋਂ ਸਰਪੰਚ, ਮੈਨੂੰ ਉਹਨਾਂ ਦਾ ਨਾਮ ਭੁੱਲ ਗਿਆ, ਉਹ ਮੈਂ ਵੀਡੀਓ ਪਾਈ ਹੋਈ ਆ, ਉਹਦੇ ਵਿੱਚ ਬਹੁਤ ਸਾਰੇ ਜਿਹਦੇ ਚ ਸਾਡੇ ਜੱਟ ਭਰਾ ਸਾਰੇ ਰਵਿਦਾਸੀਏ ਤੇ ਮਜਬੀ ਸਿੱਖ ਇਕੱਠੇ ਹੋ ਕੇ ਔਰ ਉਸ ਸਰਪੰਚ ਸਾਹਿਬ ਨੇ ਖੁਲਾਸਾ ਕੀਤਾ ਕਿ ਸਾਨੂੰ ਕਿੱਦਾਂ ਗੁੰਮਰਾਹ ਕੀਤਾ ਗਿਆ, ਉਹਨਾਂ ਨੇ ਪੁਤਲਾ ਵੀ ਸਾੜਿਆ। ਸੋ ਤੁਸੀਂ ਉਹ ਵੀਡੀਓ ਨੂੰ ਇਸੇ ਮੇਰੇ ਪੇਜ ਦੇ ਉੱਤੇ ਜ਼ਰੂਰ ਦੇਖਿਓ। ਇਸ ਗੱਲ ਦੀ ਖੁਸ਼ੀ ਹੈ ਕਿ ਜੋ ਲਹਿਰ ਬਣ ਚੁੱਕੀ ਹੈ, ਜੋ ਮੂਵਮੈਂਟ ਬਣ ਚੁੱਕੀ ਹੈ, ਇਹ ਹੁਣ ਰੁਕਣ ਵਾਲੀ ਨਹੀਂ ਹੈ, ਇਹ ਅੱਗੇ ਤੋਂ ਅੱਗੇ ਵਧੇਗੀ। ਸਾਨੂੰ ਇੱਕ ਹੋਣ ਦੀ ਜ਼ਰੂਰਤ ਹੈ। ਮੈਂ ਆਪਣੇ ਬੇਜ਼ਮੀਨੇ ਘੱਟ ਜ਼ਮੀਨਾਂ ਵਾਲੇ ਗਰੀਬ ਜੱਟ ਭਰਾਵਾਂ ਨੂੰ, ਕਿਸਾਨ ਭਰਾਵਾਂ ਨੂੰ ਇਹ ਬੇਨਤੀ ਕਰਨਾ ਚਾਹੁੰਦਾ ਹਾਂ ਕਿ ਆਪਾਂ ਇਹਨਾਂ ਗਦਾਰ ਲੀਡਰਾਂ ਦੇ ਮਗਰ ਲੱਗ ਕੇ ਆਪਾਂ ਇਹ ਸੋਚਦੇ ਹਾਂ ਕਿ ਇਹ ਸਾਡੀ ਜਾਤ ਦੇ ਆ ਤੇ ਇਹ ਸਾਡਾ ਸੋਚਣਗੇ। ਜੇ ਸੋਚਣਾ ਹੁੰਦਾ ਤੇ ਇਹਨਾਂ ਨੇ ਰਾਜ ਕੀਤਾ ਆ। ਬਾਦਲਾਂ ਤੇ ਕੈਪਟਨਾਂ ਦੇ ਰਾਜ ਦੇ ਦੌਰਾਨ ਲੱਖਾਂ ਸਿੰਘ ਸ਼ਹੀਦ ਹੋਏ ਨੇ। ਕਿਆ ਬਾਦਲਾਂ ਤੇ ਕੈਪਟਨਾਂ ਦਾ ਰਾਜ ਜੇ ਰਿਹਾ ਆ, ਅਗਰ ਇਹ ਇਮਾਨਦਾਰ ਸਿੱਖ ਲੀਡਰ ਨੇ ਤੇ ਇਹ ਆਪਣੇ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ
ਸਾਡੇ ਜਗਤਾਰ ਸਿੰਘ ਹਵਾਰਾ ਵਰਗੇ ਜਥੇਦਾਰ, ਉਹਨਾਂ ਵਰਗੇ ਬੇਦੋਸ਼ੇ ਅਜੇ ਵੀ ਕਈ ਸਿੰਘ ਜਿਹੜੇ ਜੇਲ੍ਹਾਂ ਦੇ ਵਿੱਚ ਬੰਦ ਨੇ, ਇਹਨਾਂ ਨੇ ਕਿਉਂ ਨਹੀਂ ਉਹਨਾਂ ਨੂੰ ਆਜ਼ਾਦ ਕਰਾਉਣ ਦੀ ਗੱਲ ਕੀਤੀ? ਕਿਉਂਕਿ ਇਹ RSS ਦੇ ਨਾਲ ਮਿਲ ਕੇ, RSS ਦੇ ਇਸ਼ਾਰਿਆਂ ਦੇ ਉੱਤੇ, ਉਹਨਾਂ ਦੀਆਂ ਪਾਰਟੀਆਂ ਦੇ ਨਾਲ ਮਿਲ ਕੇ ਇਹ ਪੰਜਾਬ ਦੇ ਵਿੱਚ ਰਾਜ ਕਰ ਰਹੇ ਆ ਤੇ ਉਹਨਾਂ ਦੇ ਦੱਸੇ ਹੋਏ ਮਾਰਗ ਦੇ ਉੱਤੇ ਚੱਲ ਰਹੇ ਆ। ਸੋ ਵੀਰੋ, ਇਹਨਾਂ ਗੱਦਾਰ ਲੀਡਰਾਂ ਦਾ ਬਾਈਕਾਟ ਕਰੀਏ ਔਰ ਇਹਨਾਂ ਨੂੰ ਪਹਿਚਾਣੀਏ ਔਰ ਇਹਨਾਂ ਦਾ ਖੁਲਾਸਾ ਕਰੀਏ ਕਿ ਇਹਨਾਂ ਦੀ ਗੱਦਾਰੀਆਂ ਦੀ ਵਜ੍ਹਾ ਕਰਕੇ ਇਹ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਾਉਣ ਦੇ ਵਿੱਚ ਤੇ ਸਿੱਖੀ ਨੂੰ ਖਤਮ ਕਰਨ ਦੇ ਵਿੱਚ ਇਹ ਤੁਲੇ ਹੋਏ ਨੇ। ਇਹ ਪੱਗਾਂ ਬਣ ਕੇ ਦਿਖਦੇ ਸਿੱਖਾਂ ਵਰਗੇ ਆ, ਪਰ ਇਹਨਾਂ ਦਾ ਸਿੱਖੀ ਦੇ ਨਾਲ ਦੂਰ ਨੇੜਿਓਂ ਤੱਕ ਕੋਈ ਰਿਸ਼ਤਾ ਨਹੀਂ ਆ। ਕਿਉਂਕਿ ਜਿਹੜੇ ਲੋਕ ਸਿਰ ਦੇ ਉੱਤੇ ਪੱਗ ਬਣ ਕੇ ਹੱਥ ਦੇ ਵਿੱਚ ਗੁਟਕਾ ਫੜ ਕੇ ਔਰ ਝੂਠੀਆਂ ਕਸਮਾਂ ਖਾਂਦੇ ਨੇ, ਇੱਥੋਂ ਇਹਨਾਂ ਦੀ ਮਾਨਸਿਕਤਾ ਦਾ ਸਾਨੂੰ ਪਤਾ ਲੱਗ ਜਾਣਾ ਚਾਹੀਦਾ ਹੈ। ਸੋ ਆਓ ਆਪਾਂ ਸਾਰੇ ਇੱਕ ਹੋਈਏ ਤੇ ਇਹਨਾਂ ਗੱਦਾਰ ਲੀਡਰਾਂ ਦਾ ਬਾਈਕਾਟ ਕਰੀਏ, ਇਹਨਾਂ ਨੂੰ ਪਹਿਚਾਣੀਏ, ਇਹਨਾਂ ਨੂੰ ਇੱਟ ਦਾ ਜਵਾਬ ਪੱਥਰ ਦੇ ਨਾਲ ਦਈਏ ਤੇ ਆਪਣੇ ਦੇਸ਼ ਨੂੰ ਬੇਗਮਪੁਰਾ ਖਾਲਸਾ ਰਾਜ ਵਸਾਉਣ ਦੇ ਲਈ ਸਾਰੇ ਇਕਜੁੱਟ ਹੋ ਕੇ ਪ੍ਰਯਾਸ ਕਰੀਏ ਔਰ ਇੱਕ ਦੂਜੇ ਦਾ ਸਾਥ ਦਈਏ ਔਰ ਇਹਨਾਂ ਗੱਦਾਰ ਲੀਡਰਾਂ ਨੂੰ ਬਾਹਰ ਦਾ ਰਸਤਾ ਦਿਖਾਈਏ। ਨਹੀਂ ਤਾਂ ਇਹਨਾਂ ਨੇ ਸਾਡੇ ਪੰਜਾਬ ਨੂੰ ਹੌਲੀ ਹੌਲੀ ਖਤਮ ਕਰ ਦੇਣਾ ਹੈ, ਇਹਨਾਂ ਨੇ ਸਾਡੇ ਸਿੱਖੀ ਸਿਧਾਂਤਾਂ ਨੂੰ ਖਤਮ ਕਰ ਦੇਣਾ ਆ। ਕਿਉਂਕਿ ਕਰਦੇ ਤੇ ਪਏ ਹੀ ਨੇ। ਇਹ ਸਿੱਖੀ ਦਾ ਮਤਲਬ ਕੀ ਹੈ? ਸਿੱਖੀ ਦੇ ਵਿੱਚ ਕੋਈ ਜਾਤ ਪਾਤ ਨਹੀਂ ਹੈ, ਸਿੱਖੀ ਦੇ ਵਿੱਚ ਕੋਈ ਊਂਚ ਨੀਚ ਨਹੀਂ ਹੈ। ਸੋ ਇਹਨਾਂ ਗੱਦਾਰ ਲੀਡਰਾਂ ਨੂੰ ਚਾਹੀਦਾ ਸੀ ਕਿ ਇਹਨਾਂ ਨੂੰ ਜਦੋਂ ਸਿੱਖਾਂ ਨੇ ਵੋਟਾਂ ਪਾ ਕੇ ਇਹਨਾਂ ਨੂੰ ਆਪਣੇ ਲੀਡਰ ਚੁਣਿਆ, ਇਹਨਾਂ ਨੂੰ ਖੁਲਾਸੇ ਕਰਨੇ ਚਾਹੀਦੇ ਸੀ, ਇਹਨਾਂ ਨੂੰ ਆਪਣੇ ਸਿੱਖਾਂ ਦਾ ਸਾਥ ਦੇਣਾ ਚਾਹੀਦਾ ਸੀ, ਇਹਨਾਂ ਨੂੰ ਆਪਣੇ 85% ਲੋਕਾਂ ਦਾ ਸਾਥ ਦੇਣਾ ਚਾਹੀਦਾ ਸੀ। ਕਿਉਂਕਿ ਇਹਨਾਂ ਲੋਕਾਂ ਦੀਆਂ ਵੋਟਾਂ ਦੇ ਨਾਲ ਹੀ ਇਹ ਲੀਡਰ ਜਿਹੜੇ ਨੇ ਰਾਜ ਕਰ ਰਹੇ ਨੇ। ਬਟ ਇਹਨਾਂ ਨੇ ਵੋਟਾਂ ਸਾਡੀਆਂ ਲਈਆਂ, ਸਾਡੇ ਪੁੱਤ ਮਰਵਾਏ, ਸਾਡੇ ਸਿੰਘ ਸ਼ਹੀਦ ਕਰਵਾ ਦਿੱਤੇ, ਸਾਡੇ ਬੇਦੋਸ਼ੇ ਸਿੰਘ ਸਜ਼ਾ ਭੁਗਤਣ ਦੇ ਬਾਵਜੂਦ ਜੇਲ੍ਹਾਂ ਦੇ ਵਿੱਚ ਅੱਜ ਵੀ ਉਹ ਸੜ ਰਹੇ ਨੇ। ਲੇਕਿਨ ਇਹਨਾਂ ਨੇ ਵੋਟਾਂ ਸਾਡੀਆਂ ਲਈਆਂ, ਸਾਡੇ ਤੇ ਰਾਜ ਕੀਤਾ, ਲੇਕਿਨ ਸਾਥ ਇਹ ਦੇ ਰਹੇ ਆ ਹਿੰਦੂ ਰਾਸ਼ਟਰ ਬਣਾਉਣ ਵਾਲਿਆਂ ਦਾ, ਸਾਥ ਇਹ ਦੇ ਰਹੇ ਆ ਬਿੰਬਰਵਾਦੀ ਸੋਚ ਰੱਖਣ ਵਾਲੇ ਮਨੂਵਾਦੀ ਲੋਕਾਂ ਦਾ ਸਾਥ ਦੇ ਰਹੇ ਆ। ਸੋ ਮੈਂ ਉਹਨਾਂ ਸਾਰੇ ਵੀਰਾਂ ਦਾ ਧੰਨਵਾਦ ਕਰਨਾ ਚਾਹੁੰਦਾ ਜਿਹੜੇ ਜਾਗਰੂਕ ਹੋਏ, ਜਿਨ੍ਹਾਂ ਨੇ ਮੈਨੂੰ ਫੋਨ ਕੀਤੇ ਔਰ ਮੈਨੂੰ ਮੇਰਾ ਸਾਥ ਦੇਣ ਦੀ ਵੀ ਗੱਲ ਕੀਤੀ। ਮੈਂ ਉਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਜਿਨ੍ਹਾਂ ਨੇ ਫੋਨ ਕਰਕੇ ਔਰ ਆਰਟੀਕਲ 25(2) ਦੀ ਜਾਣਕਾਰੀ ਲਿੱਤੀ ਤੇ ਆਪ ਵੀ ਪੜ੍ਹਨ ਦੀ ਕੋਸ਼ਿਸ਼ ਕੀਤੀ ਹੈ ਔਰ ਉਹਨਾਂ ਨੇ ਸਾਥ ਦੇਣ ਦੀ ਗੱਲ ਕੀਤੀ ਹੈ। ਮੈਂ ਉਹਨਾਂ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ। ਤੇ ਆਓ ਵੀਰੋ, ਸਾਰੇ ਇਕੱਠੇ ਹੋ ਕੇ ਜ਼ੁਲਮ ਦੇ ਖਿਲਾਫ ਆਵਾਜ਼ ਚੁੱਕੀਏ, ਆਪਣੇ ਪੰਜਾਬ ਨੂੰ ਬਚਾਈਏ, ਪੰਜਾਬੀਅਤ ਨੂੰ ਬਚਾਈਏ, ਪੰਜਾਬੀ ਮਾਂ ਬੋਲੀ ਨੂੰ ਬਚਾਈਏ ਤੇ ਇਸ ਦੇਸ਼ ਨੂੰ ਹਿੰਦੂ ਰਾਸ਼ਟਰ ਬਣਨ ਤੋਂ ਬਚਾਈਏ। ਔਰ ਸਾਡੇ ਜੋ 35 ਮਹਾਂਪੁਰਸ਼ ਜੋ ਲੀਹਾਂ ਖਿੱਚ ਗਏ ਨੇ, ਅਸੀਂ ਉਹਨਾਂ ਦੇ ਉੱਤੇ ਚੱਲੀਏ ਔਰ ਬੇਗਮਪੁਰਾ ਖਾਲਸਾ ਰਾਜ ਵਸਾਈਏ। ਔਰ ਜਿਹੜੇ 52% ਅਦਰ ਬੈਕਵਰਡ ਕਲਾਸ ਨੇ, ਉਹਨਾਂ ਦਾ ਕਸੂਰ ਕੋਈ ਨਹੀਂ ਆ, ਕਿਉਂਕਿ ਉਹ ਆਪਣੇ ਆਪ ਨੂੰ ਹਿੰਦੂ ਸਮਝਦੇ ਨੇ। ਇਸੇ ਕਰਕੇ ਤੇ ਉਹ ਵਿਤਕਰੇ ਕਰਦੇ ਨੇ। ਜਿਸ ਦਿਨ ਭਾਰਤ ਦਾ 52% OBC ਜਾਗਰੂਕ ਹੋ ਗਿਆ, ਉਹਨੇ ਸਾਥ ਦੇਣਾ ਸ਼ੁਰੂ ਕਰ ਦਿੱਤਾ। 85% ਆਪਣੇ ਲੋਕਾਂ ਦਾ ਏਕਾ ਹੋ ਗਿਆ, ਇਕੱਠ ਹੋ ਗਿਆ, ਅਸੀਂ ਸਹੀ ਲੀਡਰ ਚੁਣ ਲਿਆ। ਤੁਸੀਂ ਵੀਰੋ ਗਰੀਬ ਕਿਸਾਨ ਭਰਾਓ, ਬੇਜ਼ਮੀਨੇ ਘੱਟ ਜ਼ਮੀਨਾਂ ਵਾਲੇ ਕਿਸਾਨ ਭਰਾਓ, ਤੁਸੀਂ ਜਿਨ੍ਹਾਂ ਨੂੰ ਆਪਣੇ ਸਮਝ ਕੇ ਵੋਟਾਂ ਪਾਉਂਦੇ ਰਹੇ, ਉਹਨਾਂ ਦੇ ਰਾਜ ਦੇ ਵਿੱਚ ਹੀ ਸਾਡੇ ਗਰੀਬ ਜੱਟ ਭਰਾਵਾਂ ਨੂੰ ਮਜਬੂਰ ਹੋ ਕੇ ਫਾਹੇ ਲੈਣੇ ਪਏ, ਮਜਬੂਰ ਹੋ ਕੇ ਕਰਜ਼ ਦੇ ਵਿੱਚ ਡੁੱਬਿਆਂ ਨੂੰ ਸਪਰੇਆਂ ਪੀਣੀਆਂ ਪਈਆਂ। ਤੁਸੀਂ ਇਹਨਾਂ ਨੂੰ ਸੋਚਦੇ ਰਹੇ ਲੀਡਰਾਂ ਨੂੰ ਵੀ ਤੁਹਾਡੀ ਜਾਤ ਦੇ ਆ, ਤੁਹਾਡੇ ਆ, ਪਰ ਨਹੀਂ। ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਆ ਕਿ ਜਿਸ ਦਿਨ ਤੁਸੀਂ ਜਾਗਰੂਕ ਹੋ ਕੇ ਆਪਣੇ ਪੰਜਾਬ ਦਾ ਮੁੱਖ ਮੰਤਰੀ, ਮਤਲਬ ਮੈਂ ਜਾਤਾਂ ਦੀ ਗੱਲ ਨਹੀਂ ਕਰਦਾ, ਜਿਸ ਦਿਨ ਤੁਸੀਂ ਕਿਸੇ ਧਰਮ ਦੇ ਪੱਕੇ, ਮਜ਼ਹਬ ਦੇ ਪੱਕੇ, ਮਜ਼ਹਬੀ ਸਿੱਖ ਨੂੰ ਅਗਰ ਤੁਸੀਂ ਲੀਡਰ ਬਣਾ ਦੋਗੇ, ਉਸ ਨੂੰ ਮੁੱਖ ਮੰਤਰੀ ਬਣਾ ਦੋਗੇ, ਕਿਸੇ ਬ੍ਰਾਹਮਣ ਦੁਆਰਾ ਨੀਵੀਆਂ ਜਾਤਾਂ ਕਹੀਆਂ ਜਾਣ ਵਾਲਿਆਂ ਚੋਂ ਜੇ ਤੁਸੀਂ ਕਿਸੇ ਦਿਨ ਲੀਡਰ ਬਣਾ ਦੋਗੇ, ਕਿਉਂਕਿ ਉਹ ਪਿਛਲੇ ਹਜ਼ਾਰਾਂ ਸਾਲਾਂ ਤੋਂ ਸੰਘਰਸ਼ ਕਰ ਰਹੇ ਆ, ਬੇਗਮਪੁਰਾ ਖਾਲਸਾ ਰਾਜ ਦੀ ਗੱਲ ਕਰ ਰਹੇ ਆ, ਤੁਸੀਂ ਜੇ ਉਹਨਾਂ ਦਾ ਲੀਡਰ ਬਣਾ ਦਿੰਦੇ ਹੋ, ਮੈਂ ਤੁਹਾਨੂੰ ਵਿਸ਼ਵਾਸ ਦਿਵਾਉਣਾ ਆ ਵੀ ਕਦੇ ਵੀ ਸਾਡੇ ਲੋਕ ਸਪਰੇਆਂ ਪੀ ਕੇ ਨਹੀਂ ਮਰਨਗੇ, ਫਾਹੇ ਲੈ ਕੇ ਨਹੀਂ ਮਰਨਗੇ। ਕਿਉਂਕਿ ਸਾਡਾ ਅਗਰ ਕੋਈ ਨੀਵੀਆਂ ਜਾਤਾਂ ਦੇ ਵਿੱਚੋਂ ਕੋਈ ਅਗਰ ਮੁੱਖ ਮੰਤਰੀ ਬਣਦਾ ਆ ਤੇ ਉਹ ਸੰਵਿਧਾਨ ਦੀ ਗੱਲ ਕਰੇਗਾ, ਉਹ ਬਰਾਬਰਤਾ ਦੀ ਗੱਲ ਕਰੇਗਾ, ਕਿਉਂਕਿ ਉਸਨੇ ਦੁੱਖ ਆਪਣੇ ਪਿੰਡੇ ਦੇ ਮਾਫੀ ਚਾਹੁੰਦਾ, ਵਿੱਚ ਫੋਨ ਆ ਜਾਂਦੇ ਆ ਲੋਕਾਂ ਦੇ ਤੇ ਜਿਹਦੇ ਕਰਕੇ ਡਿਸਟਰਬੈਂਸ ਹੋ ਜਾਂਦੀ ਆ। ਸੋ ਆਪਣੇ ਪੰਜਾਬ ਨੂੰ ਬਚਾਈਏ, ਸਿੱਖੀ ਨੂੰ ਬਚਾਈਏ, ਪੰਜਾਬੀ ਮਾਂ ਬੋਲੀ ਨੂੰ ਬਚਾਈਏ
ਪੰਜਾਬ ਦੀ ਜਵਾਨੀ ਵਿੱਚ ਮਜ਼ਦੂਰਾਂ ਦੀ ਗੱਲ ਕਰੀਏ ਔਰ ਜੋ ਜਿਸ ਕਰਕੇ ਸਿੱਖੀ ਸਾਡੇ 35 ਮਹਾਂਪੁਰਸ਼ਾਂ ਨੇ ਲੈ ਕੇ ਆਂਦੀ ਸੀ, ਆਪਾਂ ਉਹ ਸਿੱਖੀ ਸਿਧਾਂਤ ਲਾਗੂ ਕਰੀਏ, ਊਂਚ ਨੀਚ ਨੂੰ ਖਤਮ ਕਰੀਏ, ਜੋ ਜਾਤੀ ਵਿਤਕਰੇ ਹੁੰਦੇ ਹਨ ਉਹਨਾਂ ਨੂੰ ਖਤਮ ਕਰੀਏ, ਉਹਨਾਂ ਦੇ ਖਿਲਾਫ ਆਵਾਜ਼ ਚੁੱਕੀਏ। ਸੋ ਇੰਨੀਆਂ ਹੀ ਗੱਲਾਂ ਕਹਿੰਦਾ ਹੋਇਆ ਮੈਂ ਆਪ ਜੀ ਦਾ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਦਾ ਹਾਂ ਕਿ ਆਪ ਜੀ ਹਮੇਸ਼ਾ ਸਾਥ ਦਿੰਦੇ ਆਏ ਹੋ। ਆਪ ਜੀ ਨੇ ਹੁਣ ਤੱਕ ਹਮੇਸ਼ਾ ਸਾਥ ਦਿੱਤਾ ਆ, ਆਉਣ ਵਾਲੇ ਸਮੇਂ ਦੇ ਵਿੱਚ ਵੀ ਸਾਥ ਦੇਵੋਗੇ ਤੇ ਅਸੀਂ ਇੱਕ ਹੋ ਕੇ ਵਿਭਰਵਾਦ ਦੇ ਖਿਲਾਫ ਲੜਾਂਗੇ ਔਰ ਆਪਣੇ ਪੰਜਾਬ ਨੂੰ, ਆਪਣੇ ਭਾਰਤ ਦੇਸ਼ ਨੂੰ ਅਸੀਂ ਬਚਾਵਾਂਗੇ। ਔਰ ਸਿੱਖੀ ਜੋ 2% ਹੈ ਉਹਦੇ ਵਿੱਚ ਅਸੀਂ ਸਾਰੇ ਰਲ ਕੇ ਲੋਕਾਂ ਨੂੰ ਜਾਗਰੂਕ ਕਰਾਂਗੇ ਵੀ ਸਿੱਖੀ ਦੇ ਵਿੱਚ ਕੋਈ ਊਂਚ ਨੀਚ ਨਹੀਂ ਹੈ, ਕੋਈ ਜਾਤ ਪਾਤ ਨਹੀਂ ਹੈ। ਤੇ ਅਸੀਂ ਜੋ ਸ਼ਿਗਲੀਗਰ ਸਿੱਖ ਨੇ, ਜੋ ਜਿਨ੍ਹਾਂ ਨੇ 13 ਜੰਗਾਂ ਜਦੋਂ ਗੁਰੂ ਸਾਹਿਬ ਨੇ ਲੜੀਆਂ ਤੇ ਉਹਨਾਂ ਸ਼ਿਗਲੀਗਰ ਸਿੱਖਾਂ ਨੇ ਲੋਹੇ ਦੇ ਹਥਿਆਰ ਬਣਾ ਕੇ ਗੁਰੂ ਸਾਹਿਬ ਦਾ ਸਾਥ ਦਿੱਤਾ। ਔਰ ਰਵਿਦਾਸੀਏ ਸਿੱਖ ਨੇ ਜਿਹੜੇ, ਮਜ਼੍ਹਬੀ ਸਿੱਖ ਨੇ ਜਿਹੜੇ, ਇਹਨਾਂ ਸਾਰਿਆਂ ਨੂੰ ਇੱਕ ਕਰਕੇ ਔਰ ਆਪਣੇ 35 ਮਹਾਂਪੁਰਸ਼ਾਂ ਦੀ ਸੋਚ ਦੇ ਉੱਤੇ ਪਹਿਰਾ ਦੇਈਏ। ਸੋ ਬਹੁਤ ਜਲਦ ਆਉਣ ਵਾਲੀਆਂ ਅਗਲੀਆਂ ਵੀਡੀਓ ਦੇ ਵਿੱਚ ਆਰਟੀਕਲ 25(2)(b) ਦਾ ਜਿਵੇਂ ਖੁਲਾਸਾ ਕੀਤਾ, ਇਸੇ ਤਰ੍ਹਾਂ ਅਸੀਂ ਖੁਲਾਸਾ ਕਰਾਂਗੇ ਕਿ ਡਾਕਟਰ ਭੀਮ ਰਾਓ ਅੰਬੇਡਕਰ ਜੀ, ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਨੇ ਰਿਪਰੈਜ਼ੈਂਟੇਸ਼ਨ ਕਿਉਂ ਲਿਆਂਦੀ, ਰਿਪਰੈਜ਼ੈਂਟੇਸ਼ਨ ਜਿਹੜੀ ਹੈ ਉਹ ਸੰਵਿਧਾਨ ਦੇ ਵਿੱਚ ਕਿਉਂ ਉਹਦੀ ਮੰਗ ਰੱਖੀ, ਕਿਉਂ ਰਿਜ਼ਰਵੇਸ਼ਨ ਲੈ ਕੇ ਆਂਦੀ, ਕਿਉਂ ਮੰਡਲ ਕਮਿਸ਼ਨ ਲਾਗੂ ਕੀਤਾ ਗਿਆ, ਮੰਡਲ ਕਮਿਸ਼ਨ ਕੀ ਚੀਜ਼ ਹੈ, ਅਸੀਂ ਇਹਨਾਂ ਦਾ ਵੀ ਖੁਲਾਸਾ ਕਰਾਂਗੇ। ਸੋ ਹੋਇਆ ਤੋਂ ਨਿਕਲ ਗਿਆ ਹੋਵੇ ਤੇ ਦਾਸ ਖਿਮਾ ਦਾ ਜਾਚਕ ਹੈ। ਬੋਲੇ ਸਤਿ ਸ਼੍ਰੀ ਅਕਾਲ। ਜੈ ਭੀਮ, ਜੈ ਭਾਰਤ, ਜੈ ਮੂਲ। ਕਰ ਦਿਓ ਇਸ ਵੀਡੀਓ ਨੂੰ। ਥੈਂਕ ਯੂ ਵੈਰੀ ਮਚ। ਆਪ ਜੀ ਨੂੰ ਸਲੂਟ ਹੈ ਕਿ ਆਪ ਜੀ ਪਿਆਰ ਕਰਦੇ ਹੋ, ਮੇਰੀਆਂ ਵੀਡੀਓਜ਼ ਨੂੰ ਪਸੰਦ ਕਰਦੇ ਹੋ, ਉਹਨਾਂ ਨੂੰ ਦੇਖਦੇ। ਮੈਂ ਆਪ ਸਾਰਿਆਂ ਦਾ ਤਹਿ ਦਿਲੋਂ ਧੰਨਵਾਦ ਕਰਨਾ ਚਾਹੁੰਦਾ ਹਾਂ ਤੇ ਆਪ ਜੀ ਦਾ ਮੈਂ ਸ਼ੁਕਰਗੁਜ਼ਾਰ ਹਾਂ ਕਿ ਤੁਸੀਂ ਇਮਾਨਦਾਰ ਲੋਕ, ਇਨਸਾਫ ਪਸੰਦ ਲੋਕ ਮੇਰੀਆਂ ਵੀਡੀਓਜ਼ ਨੂੰ ਪਿਆਰ ਕਰਦੇ ਹੋ ਤੇ ਉਹਨਾਂ ਨੂੰ ਸ਼ੇਅਰ ਕਰਦੇ ਹੋ। ਸੋ ਸ਼ੇਅਰ ਕਰ ਦਿਓ ਜਿੰਨਾ ਵੱਧ ਤੋਂ ਵੱਧ ਹੋ ਸਕੇ ਤਾਂ ਕਿ ਲੋਕ ਜਾਗਰੂਕ ਹੋ ਸਕਣ ਤੇ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਆਪਣੇ ਪੰਜਾਬ ਦੇ ਸਿੰਘਾਂ ਨੂੰ, ਸਿੱਖਾਂ ਨੂੰ ਔਰ ਬੇਦੋਸ਼ੇ ਸਿੰਘ ਜੋ ਜੇਲ੍ਹਾਂ ਦੇ ਵਿੱਚ ਆਪਣੀਆਂ ਸਜ਼ਾਵਾਂ ਭੁਗਤਣ ਦੇ ਬਾਵਜੂਦ ਜੇਲ੍ਹਾਂ ਕੱਟ ਰਹੇ ਨੇ, ਉਹਨਾਂ ਨੂੰ ਅਸੀਂ ਬਾਹਰ, ਉਹਨਾਂ ਨੂੰ ਸੰਘਰਸ਼ ਕਰੀਏ ਤੇ ਪੁਰਸ਼ਾਂ ਦੀ ਸੋਚ ਦੇ ਉੱਤੇ ਪਹਿਰਾ ਦਈਏ। ਡਾਕਟਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜੀ ਦੀ ਸੋਚ ਤੇ ਪਹਿਰਾ ਦਈਏ। ਸੰਤ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲਿਆਂ ਦੀ ਸੋਚ ਦੇ ਉੱਤੇ ਪਹਿਰਾ ਦਈਏ। ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਅਮਰ ਰਹੇ। ਡਾਕਟਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਅਮਰ ਰਹੇ। ਸੰਤ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਜ਼ਿੰਦਾਬਾਦ। ਡਾਕਟਰ ਬਾਬਾ ਸਾਹਿਬ ਭੀਮ ਰਾਓ ਅੰਬੇਡਕਰ ਜ਼ਿੰਦਾਬਾਦ। ਸਾਡਾ ਏਕਾ ਜ਼ਿੰਦਾਬਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਿੱਖ ਧਰਮ ਦੀ ਹਰ ਗਤੀਵਿਧੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ।